हेलो। हाँ जी, गुड आफ्टरनून एवरीवन। प्लीज़ जल्दी से जल्दी ज्वाइन कर लो। हाँ जी, बस 2 मिनट वेट करो प्लीज़। ਹੋਰ ਵੀ ਵਿਊਜ਼ ਜਿਹੜੇ ਹੈਗੇ ਨੇ ਉਹ ਨਾਲ ਐਡ ਹੋ ਜਾਣ ਤਾਂ ਕਿ ਆਪਾਂ ਅੱਜ ਦਾ ਲੈਕਚਰ ਜਿਹੜਾ ਹੈ ਸੈਸ਼ਨ ਨੂੰ ਸਟਾਰਟ ਕਰ ਸਕੀਏ। अच्छा, सो आवाज़ आ रही है? ਹੁਣ आ रही है आवाज़? मतलब आवाज़ में कुछ ना लो आ रही हूँ, ठीक आ रही है? हाँ जी, एक बार मैसेज मैंने थले लिख के दस दो थोड़ा जी आवाज़ क्लीयर नहीं आ रही तो मैं हैडफोन जो रिमूव करके डायरैक्टली जो है स्टार्ट करते हैं। हाँ जी, आ रही है आवाज़ या नहीं आ रही? तभी मैंने मैसेज कर दिया कुछ थले। ओके, हाँ वही वॉइस क्लियर आ रही है थले? फिर मैसेज कर दो। ओके ओके, वॉइस क्लियर है? ਜੇ ਕੋਈ ਪ੍ਰੋਬਲਮ ਲੱਗੇ ਜਿੱਥੇ ਵੌਇਸ ਕਲੀਅਰ ਨਾ ਹੋਵੇ ਜਾਂ ਫਿਰ ਵੀ ਜੇ ਹਜੇ ਨਹੀਂ ਆ ਰਹੀਗੀ ਤੇ ਦੱਸ ਦਿਆ ਜੀ, ਠੀਕ ਹੈ। ਅੱਜ ਆਪਣਾ ਟੌਪਿਕ ਹੈ ਅੱਜ ਦਾ ਪ੍ਰਾਇਮਰੀ ਹੈਲਥ ਕੇਅਰ। ਓਕੇ, ਸੋ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ। ਮੇਰੀ ਕੋਸ਼ਿਸ਼ ਹੁੰਦੀ ਹੈ ਲਾਈਵ ਜਿਹੜਾ ਸੈਸ਼ਨ ਆਪਾਂ ਕਰਦੇ ਹਾਂ ਉਹਦੇ ਵਿੱਚ ਜਿਹੜੇ ਪ੍ਰਾਇਰਟੀ ਦੇ ਵਿੱਚ ਇੰਪੋਰਟੈਂਟ ਟੌਪਿਕਸ ਨੇ ਉਹਨਾਂ ਨੂੰ ਆਪਾਂ ਲੈ ਕੇ ਚੱਲੀਏ। ਸੋ ਜੇ ਪੁੱਛਿਆ ਜਾਵੇ ਕਿ ਕਿਹੜੇ ਟੌਪਿਕ ਕਮਿਊਨਿਟੀ ਦੇ ਵਿੱਚ ਇੰਪੋਰਟੈਂਟ ਨੇ, ਇੰਪੋਰਟੈਂਟ ਸਾਰੇ ਹੀ ਨੇ, ਠੀਕ ਹੈ। ਸੋ ਮੈਂ ਕਿਸੇ ਨੂੰ ਕਦੀ ਇਹ ਨਹੀਂ ਕਹਿੰਦਾ ਵੀ ਇਹ ਇੰਪੋਰਟੈਂਟ ਟੌਪਿਕ ਹੈ, ਇਹ ਨਹੀਂ ਹੈ, ਠੀਕ ਹੈ। ਸੋ ਸਿਲੇਬਸ ਦੇ ਵਿੱਚ ਹੈ ਜੇ ਤਾਂ ਸਭ ਕੁਝ ਇੰਪੋਰਟੈਂਟ ਹੈ। ਸੈਕੰਡਰੀ ਥਿੰਗ ਇਹ ਹੈ ਵੀ ਨੌਲੇਜ ਜਿਹੜੀ ਹੈਗੀ ਮੈਟਰ ਕਰਦੀ ਹੈ। ਸੋ ਇਸ ਕਰਕੇ ਆਪਾਂ ਨੂੰ ਕਦੀ ਇਹ ਨਹੀਂ ਦੇਖਣਾ ਚਾਹੀਦਾ ਵੀ ਟੌਪਿਕ ਕਿਹੜਾ ਕਰਨਾ ਹੈ ਕਿਹੜਾ ਛੱਡਣਾ। ਸੋ ਅੱਜ ਦਾ ਜਿਹੜਾ ਟੌਪਿਕ ਹੈ that is primary health care। okay, so primary health care ਕੀ ਹੈ ਤੁਸੀਂ ਨੋਟ ਕਰਨਾ ਚਾਹੋ ਨੋਟ ਕਰ ਸਕਦੇ ਹੋ। ਕੋਈ ਡਿਊਰਿੰਗ ਜਿਹੜਾ ਲਾਈਵ ਸੈਸ਼ਨ ਕੋਈ ਪ੍ਰੋਬਲਮ ਹੋਵੇ ਤੁਹਾਨੂੰ ਤੁਸੀਂ ਕਮੈਂਟ ਦੇ ਵਿੱਚ ਲਿਖ ਕੇ ਆਪਾਂ ਰੋਕ ਕੇ ਉਹਦਾ ਕਲੈਰੀਫਿਕੇਸ਼ਨ ਹੈ ਜਿਹੜਾ ਡਾਊਟ ਹੈ ਤੁਹਾਨੂੰ ਕਲੀਅਰ ਕਰ ਸਕਦੇ ਹੋ, ਠੀਕ ਹੈ। ਕੋਈ ਪ੍ਰੋਬਲਮ ਨਹੀਂ ਹੈ। ਸੋ ਸੈਸ਼ਨ ਲਾਈਵ ਕਰਨ ਦਾ ਇਹੀ ਮਤਲਬ ਹੈ ਤਾਂ ਕਿ ਜਿੰਨਾ ਵੀ ਜਿਹੜਾ ਜਿੱਥੋਂ ਤੱਕ ਦੀ ਕੈਪੇਬਿਲਿਟੀ ਹੈ ਆਪਾਂ ਅੱਗੇ ਜਿਹੜਾ ਹੈਗਾ ਆਪਣੀ ਨੌਲੇਜ ਹੈ ਜਿਹੜੀ ਤੇ ਜਿੱਥੋਂ ਤੱਕ ਆਪਾਂ ਪਹੁੰਚਾ ਸਕਦੇ ਹਾਂ ਪਹੁੰਚਾਈਏ। ਸੋ ਸਾਡੇ ਕਾਲਜ ਦੀ ਵੀ ਇਹੀ ਜਿਹੜੀ ਹੈਗੀ ਆ ਇੱਕ ਕੋਸ਼ਿਸ਼ ਹੈ ਜਿਸੇ ਕਰਕੇ ਜਿਹੜੇ ਲਾਈਵ ਸੈਸ਼ਨਸ ਨੇ ਇਹ ਮੀਰਾ ਮੈਡੀਕਲ ਇੰਸਟੀਚਿਊਟ ਆਫ ਨਰਸਿੰਗ ਵੱਲੋਂ ਜਿਹੜੇ ਹੈਗੇ ਸਟਾਰਟ ਕੀਤੇ ਗਏ। ਓਕੇ, ਠੀਕ ਹੈ ਜੀ। ਜ਼ਿਆਦਾ ਟਾਈਮ ਨਾ ਲਾਉਂਦੇ ਹੋਏ ਅੱਜ ਦਾ ਆਪਾਂ ਜਿਹੜਾ ਸੈਸ਼ਨ ਉਹ ਸਟਾਰਟ ਕਰਦੇ ਹਾਂ। ਸੋ ਦਾ ਟੌਪਿਕ ਇਜ਼ ਪ੍ਰਾਇਮਰੀ ਹੈਲਥ ਕੇਅਰ। ਸੋ ਪ੍ਰਾਇਮਰੀ ਹੈਲਥ ਕੇਅਰ ਕੀ ਹੈ? ਮੁੱਢਲੀ ਇੱਕ ਪੰਜਾਬੀ ਦੇ ਵਿੱਚ ਵਰਡ ਆਉਂਦਾ ਹੈ ਮੁੱਢਲੀ
ਜਿਹੜੀ ਇੱਕ ਹੈਲਥ ਸਰਵਿਸ ਹੈ, ਹੈਲਥ ਕੇਅਰ ਹੈ, ਠੀਕ ਹੈ। ਸੋ ਉਸ ਟਾਈਪ ਦੀ ਕੇਅਰ ਨੂੰ ਆਪਾਂ ਪ੍ਰਾਇਮਰੀ ਹੈਲਥ ਕੇਅਰ ਕਹਿੰਦੇ ਹਾਂ। ਡਿਟੇਲ ਦੇ ਵਿੱਚ ਡੈਫੀਨੇਸ਼ਨ ਕੀ ਹੈ, ਦੇਖੋ ਅੱਜ ਦਾ ਜਿਹੜਾ ਟਾਈਮ ਹੈ ਉਹਦੇ ਵਿੱਚ ਹੈਲਥ ਸਰਵਿਸਿਜ਼ ਪਹਿਲੀ ਗੱਲ ਤਾਂ ਘੱਟ ਨੇ, ਤੇ ਦੂਜੀ ਗੱਲ ਜਿਹੜੀਆਂ ਹੈਗੀਆਂ ਨੇ ਉਹ ਮਹਿੰਗੀਆਂ ਬਹੁਤ ਜ਼ਿਆਦਾ ਨੇ, ਠੀਕ ਹੈ। ਜੇ ਆਪਾਂ ਗੱਲ ਕਰੀਏ ਹੈਲਥ ਸਰਵਿਸਿਜ਼ ਦੀ ਤਾਂ ਉਹ ਮਹਿੰਗੀਆਂ ਬਹੁਤ ਮਿਲ ਰਹੀਆਂ ਨੇ, ਠੀਕ ਹੈ ਜੀ। ਸੋ ਗਵਰਨਮੈਂਟ ਸੈਕਟਰ ਦੇ ਵਿੱਚ ਕੀ ਹੈ, ਇਹ ਕੋਸ਼ਿਸ਼ ਕੀਤੀ ਗਈ ਹੈ ਗਵਰਨਮੈਂਟ ਦੇ ਵਿੱਚ ਵੀ, ਕੁਝ ਪ੍ਰਾਈਵੇਟ ਦੇ ਵਿੱਚ ਵੀ, ਕਿ ਜਿਹੜੀ ਹੈਲਥ ਕੇਅਰ ਹੈ ਦੈਟ ਇਜ਼ ਅ ਬੇਸਿਕ ਨੀਡ, ਇਹ ਬੇਸਿਕ ਸਰਵਿਸ ਹੈ ਜਿਹੜੀ ਕਿ ਲੋਕਾਂ ਨੂੰ ਮਿਲਣੀ ਹੀ ਚਾਹੀਦੀ। ਸੋ ਇਸੇ ਕਰਕੇ ਜਿਹੜਾ ਹੈਗਾ ਗਵਰਨਮੈਂਟ ਨੇ ਇੱਕ ਇਹੋ ਜਿਹਾ ਇਨੀਸ਼ੀਏਟਿਵ ਲਿੱਤਾ ਸੀਗਾ ਪ੍ਰਾਈਮ ਹੈਲਥ ਕੇਅਰ ਦਾ। ਸੋ ਜਿਹਦੇ ਵਿੱਚ ਮੇਨ ਚੀਜ਼ ਸੀਗੀ ਇੱਕ ਇਹੋ ਜਿਹੀ ਕੇਅਰ ਪ੍ਰੋਵਾਈਡ ਕਰਨਾ ਜਿਹਦੇ ਵਿੱਚ ਕੰਪਰੀਹੈਂਸਿਵ ਕੇਅਰ ਆਪਾਂ ਪ੍ਰੋਵਾਈਡ ਕਰ ਸਕੀਏ, ਸਾਰੇ ਲੈਵਲਸ ਦੀ ਕੇਅਰ ਹੋਵੇ, ਪ੍ਰੀਵੈਂਟਿਵ, ਪ੍ਰਮੋਟਿਵ ਐਂਡ ਰੀਹੈਬਿਲਿਟੇਟਿਵ ਟਾਈਪ ਦੀ ਜਿਹੜੀ ਸਰਵਿਸ ਹੈ ਉਹ ਇਹਦੇ ਵਿੱਚ ਆਪਾਂ ਪ੍ਰੋਵਾਈਡ ਕਰ ਸਕੀਏ, ਐਂਡ ਇਸ ਕਾਸਟ 'ਤੇ ਅਵੇਲੇਬਲ ਕਰਵਾ ਸਕੀਏ ਕਮਿਊਨਿਟੀ ਤੇ ਪੂਰੀ ਦੀ ਪੂਰੀ ਕੰਟਰੀ ਨੂੰ। ਇਹ ਸਾਰੇ ਦੇ ਸਾਰੇ ਲੋਕ, ਭਾਵੇਂ ਉਹ ਚਾਹੇ ਗਰੀਬ ਹੈ, ਭਾਵੇਂ ਅਮੀਰ ਹੈ, ਭਾਵੇਂ ਮਿਡਲ ਕਲਾਸ ਹੈ, ਸਾਰੇ ਹੀ ਉਸ ਨੂੰ ਅਫੋਰਡ ਕਰ ਸਕਦੇ ਹੋ। ਤੇ ਦੂਜੀ ਗੱਲ ਇਹਦੇ ਵਿੱਚ ਇਹ ਸੀਗੀ ਕਿ ਸਿਰਫ ਇਹੀ ਨਹੀਂ ਹੈ ਵੀ ਉਹਨੂੰ ਆਪਾਂ ਜਿਹੜੀ ਸਰਵਿਸ ਉਹਨੂੰ ਸਸਤੀ ਕਰ ਦੇਣਾ, ਕੁਆਲਿਟੀ ਸਰਵਿਸ ਵੀ ਜਿਹੜੀ ਹੈ ਨਾਲ ਪ੍ਰੋਵਾਈਡ ਕਰਨਾ, ਠੀਕ ਹੈ। ਸੋ ਉਹਨੂੰ ਹੀ ਉਸ ਟਾਈਪ ਦੀ ਸਰਵਿਸ ਨੂੰ ਕਹਿੰਦੇ ਆ ਪ੍ਰਾਇਮਰੀ ਹੈਲਥ ਕੇਅਰ। ਇੱਕ ਵਾਰੀ ਜਿਹੜੀ ਡੈਫੀਨੇਸ਼ਨ ਹੈ ਬੋਲ ਰਹੇ ਹਾਂ, ਬਾਕੀ ਤੁਹਾਨੂੰ ਬੁੱਕਸ ਦੇ ਵਿੱਚ ਅਵੇਲੇਬਲ ਹੋ ਜਾਏਗੀ ਡੈਫੀਨੇਸ਼ਨ ਜਿਹੜੀ ਹੈ ਪ੍ਰਾਇਮਰੀ ਹੈਲਥ ਕੇਅਰ ਦੀ, ਬਹੁਤ ਜਿਹੜੀ ਚੱਲਦੀ ਹੋਈ definition है, that is primary health care is an essential health care made universally accessible to individuals and acceptable to them through their full participation and at a cost that the community and the country can afford. So ही meaning है the भी एक ऐसी health care service, ठीक है। so ਜਿਹੜੀ ਕਿ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਸਰਵਿਸਿਜ਼ ਨੇ ਉਹ ਅਵੇਲੇਬਲ ਹੋਣ, ਕਿ ਉਹਦੇ ਵਿੱਚ ਕਮਿਊਨਿਟੀ ਦੇ ਲੋਕਾਂ ਦਾ ਪੂਰਾ ਪਾਰਟਿਸਿਪੇਸ਼ਨ ਹੋਵੇ, ਲੋਕ ਉਹਨੂੰ ਜਿਹੜਾ ਹੈਗਾ ਅਸੈਪਟ ਕਰਨ, ਠੀਕ ਹੈ। ਕਿਉਂਕਿ ਕੋਈ ਵੀ ਐਜੀ ਸਰਵਿਸ ਜਿਹਨੂੰ ਲੋਕ ਜਿਹੜੇ ਹੈਗੇ ਅਸੈਪਟ ਨਹੀਂ ਕਰਨਗੇ ਉਹ ਜਿਹੜੀ ਸਰਵਿਸ ਹੈਗੀ ਆ ਅੱਗੇ ਜਾ ਕੇ, ਠੀਕ ਹੈ, ਫੇਲ ਹੋ ਜਾਏਗੀ। ਸੋ ਜਿੰਨਾ ਵੀ ਉਹਦੇ 'ਤੇ ਮੈਨ ਪਾਵਰ, ਮਟੀਰੀਅਲ, ਟਾਈਮ ਕੰਜ਼ਿਊਮ ਕੀਤਾ ਗਿਆ ਉਹ ਜਿਹੜਾ ਹੈਗਾ ਅੱਗੇ ਜਾ ਕੇ ਬਿਲਕੁਲ ਜਿਹੜਾ ਵੇਸਟ ਹੋ ਜਾਏਗਾ, ਠੀਕ ਹੈ। ਸੋ ਇਹ ਸਾਰੀ ਚੀਜ਼ ਜਿਹੜੀ ਹੈਗੀ ਆ ਇਹ ਸਭ ਜਿਹੜਾ ਆਪਾਂ ਇਹ ਕਹਿ ਸਕਦੇ ਹਾਂ ਵੀ ਸਾਰਾ ਏਰੀਆ ਹੈ ਉਹਨੂੰ ਹੀ ਬੋਲਦੇ ਪ੍ਰਾਇਮਰੀ ਹੈਲਥ ਕੇਅਰ। ਸੋ ਬਹੁਤ ਹੀ ਇੱਕ ਇੰਪੋਰਟੈਂਟ ਜਿਹੜੀ ਹੈਗੀ ਹੈ ਹੈਲਥ ਸੈਕਟਰ ਦੇ ਵਿੱਚ ਇੱਕ ਇਨੀਸ਼ੀਏਟਿਵ ਸੀਗਾ ਗਵਰਨਮੈਂਟ ਵੱਲੋਂ। ਸੋ ਅੱਜ ਵੀ ਜਿਹੜਾ ਹੈਗਾ ਬਹੁਤ ਵੱਡੇ ਲਾਰਜ ਸਕੇਲ ਦੇ ਉੱਪਰ ਇਹਨੂੰ ਚਲਾਇਆ ਜਾ ਰਿਹਾ ਹੈ, ਲੋਕਾਂ ਤੱਕ ਇਹਦੀ ਪਹੁੰਚ ਜਿਹੜੀ ਹੈਗੀ ਉਹ ਕੀਤੀ ਜਾ ਰਹੀ ਹੈ, ਠੀਕ ਹੈ। ਸੋ ਇਹਦੇ ਵਿੱਚ ਇੱਕ ਵਰਡ ਹੈ ਜਿਹਦੇ ਲਈ ਮੈਂ ਸਪੈਸੀਫਿਕਲੀ ਤੁਹਾਡਾ ਧਿਆਨ ਜਿਹੜਾ ਹੈਗਾ ਉਹਦੇ ਵੱਲ ਖਿੱਚਣਾ ਚਾਹੂੰਗਾ। ਵਰਡ ਹੈ ਫੁੱਲ ਪਾਰਟਿਸਿਪੇਸ਼ਨ, ਠੀਕ ਹੈ। ਸੋ ਇੱਕ ਅੱਗੇ ਜਾ ਕੇ ਆਪਾਂ ਕਮਿਊਨਿਟੀ ਦੇ ਪ੍ਰਾਇਮਰੀ ਹੈਲਥ ਕੇਅਰ ਦੇ ਪ੍ਰਿੰਸੀਪਲਸ ਵੀ ਪੜਾਂਗੇ, ਉਹਦੇ ਵਿੱਚ ਇੱਕ ਪੁਆਇੰਟ ਆਏਗਾ, ਇੱਕ ਪ੍ਰਿੰਸੀਪਲ ਆਏਗਾ, ਦੈਟ ਵਿਲ ਬੀ ਦਾ ਕਮਿਊਨਿਟੀ ਪਾਰਟਿਸਿਪੇਸ਼ਨ। ਸੋ ਇਹਦੇ ਵਿੱਚ ਵੀ ਲਿਖਿਆ ਹੈ ਪਾਰਟਿਸਿਪੇਸ਼ਨ ਇੱਕ ਇਹੋ ਜਿਹੀ ਚੀਜ਼ ਹੈ ਜੇ ਨਾ ਹੋਵੇ ਜਿਹੜੇ ਵੀ ਕੰਮ ਦੇ ਵਿੱਚ, ਨੋਟ ਆਪਾਂ ਇਹ ਸਿਰਫ ਇਹੀ ਨਹੀਂ ਕਹਿੰਦੇ ਕਿ ਨਾਟ ਓਨਲੀ ਇਨ ਦਾ ਪ੍ਰਾਇਮਰੀ ਹੈਲਥ ਕੇਅਰ, ਠੀਕ ਹੈ, ਕਿਸੇ ਵੀ ਕੰਮ ਦੇ ਵਿੱਚ ਜਿਨ੍ਹਾਂ ਨੂੰ ਆਪਾਂ ਸਰਵਿਸਿਜ਼ ਦੇ ਰਹੇ ਹਾਂ ਉਹਨਾਂ ਦੇ ਜੇ ਪਾਰਟਿਸਿਪੇਸ਼ਨ ਜਾਂ ਇੰਟਰਸਟ ਨਹੀਂ ਹੈ ਉਹ ਤੁਹਾਡੀ ਸਰਵਿਸ ਜਾਂ ਤੁਹਾਡਾ ਵਰਕ ਜਿਹੜਾ ਹੈ ਉਹ ਫੇਲ ਹੋ ਜਾਏਗਾ, ਠੀਕ ਹੈ। ਸੋ ਦੈਟ ਇਜ਼ ਵਨ ਆਫ ਦਾ ਪ੍ਰਿੰਸੀਪਲ ਜਿਹੜੇ ਕਿ ਇਹਦੀ ਡੈਫੀਨੇਸ਼ਨ ਦੇ ਵਿੱਚ ਇਨਕਲੂਡ ਕੀਤਾ, ਠੀਕ ਹੈ। ਮਤਲਬ ਇਹ ਹੈ ਵੀ ਮਤਲਬ ਕੱਲ੍ਹ ਨੂੰ ਆਪਾਂ ਕੋਈ ਵੀ ਪ੍ਰੋਗਰਾਮ ਜਿਹੜੀ ਗਵਰਨਮੈਂਟ ਚਲਾ ਰਹੀ ਹੈ ਉਹਦੇ ਵਿੱਚ ਕਮਿਊਨਿਟੀ ਦੇ ਲੋਕ ਉਹਨੂੰ ਵਧੀਆ ਨਹੀਂ ਮੰਨਦੇ, ਉਹਨੂੰ ਆਪਦੇ ਰਿਲੀਜੀਅਸ ਬੇਸਿਸ ਦੇ ਉੱਪਰ ਜਿਹੜਾ ਅਪਰੂਵ ਨਹੀਂ ਕਰਦੇ, ਕਲਚਰਲ ਬੇਸਿਸ 'ਤੇ ਅਪਰੂਵ ਨਹੀਂ ਕਰਦੇ, ਜਾਂ ਉਹਨਾਂ 'ਤੇ ਵਿਸ਼ਵਾਸ ਨਹੀਂ ਹੈਗਾ ਉਸ ਸਰਵਿਸ ਦੇ ਉੱਪਰ, ਤਾਂ ਕਦੀ ਵੀ ਉਹ ਸਰਵਿਸ ਨਹੀਂ ਲੈਣਗੇ, ਠੀਕ ਹੈ। ਉਹਦੇ ਵਿੱਚ ਉਹਨਾਂ ਦਾ ਭਾਵੇਂ ਨੁਕਸਾਨ ਹੋ ਜਾਏ ਬਟ ਉਸ ਸਰਵਿਸ ਨੂੰ ਨਹੀਂ ਲੈਣਗੇ। ਸੋ ਇੰਡੀਆ ਦੇ ਵਿੱਚ ਵੈਸੇ ਇੱਕ ਪ੍ਰੋਬਲਮ ਇਹ ਹੈ, ਆਪਾਂ ਕਲਚਰਲੀ ਬਾਉਂਡ ਹਾਂ, ਰਿਲੀਜੀਅਸਲੀ ਬਾਉਂਡ ਹਾਂ, ਬਹੁਤ ਸਾਰੇ ਰਿਲੀਜੀਅਨਸ ਇੱਕ ਹੀ ਕੰਟਰੀ ਦੇ ਵਿੱਚ ਰਹਿੰਦੇ ਨੇ, ਠੀਕ ਹੈ। ਸੋ ਆਪਾਂ ਨੂੰ ਜਿਹੜਾ ਵੀ ਪ੍ਰੋਗਰਾਮ ਗਵਰਨਮੈਂਟ ਬਣਾਉਂਦੀ ਹੈ ਉਹਨਾਂ ਨੂੰ ਰਿਲੀਜੀਅਸ ਬੇਸਿਸ ਵੀ ਦੇਖਣੇ ਪੈਂਦੇ, ਸਾਰੀਆਂ ਚੀਜ਼ਾਂ ਦੇਖ ਕੇ ਜਿਹੜਾ ਫਿਰ ਬਣਾਉਣਾ ਪੈਂਦਾ ਹੈ, ਠੀਕ ਹੈ। ਸੋ ਪ੍ਰਾਇਮਰੀ ਹੈਲਥ ਕੇਅਰ ਇੱਕ ਇਹੋ ਜਿਹੀ ਹੈਲਥ ਕੇਅਰ ਹੈ ਜਿਹੜੀ ਕਿ ਸੋਸ਼ਲੀ ਅਸੈਪਟਡ ਵੀ ਹੋਵੇ। ਸੋ ਬਹੁਤ ਸਾਰੀ ਬੁੱਕਸ ਦੇ ਵਿੱਚ ਤੁਹਾਨੂੰ ਡੈਫੀਨੇਸ਼ਨ ਜਿਹੜੀ ਹੈ ਸੋਸ਼ਲੀ ਅਸੈਪਟਡ ਵੀ ਉੱਤੇ ਵਰਡ ਲਿਖਿਆ ਜਿਹੜਾ ਮਿਲ ਜਾਏਗਾ। ਦੂਜੀ ਗੱਲ, ਇਸ ਡੈਫੀਨੇਸ਼ਨ ਦੇ ਵਿੱਚ ਇੱਕ ਸਾਇੰਟੀਫਿਕਲੀ ਅਪਰੂਵਡ ਵਰਡ ਵੀ ਆਉਂਦਾ ਹੈ, ਸਿਰਫ ਸੋਸ਼ਲੀ ਅਸੈਪਟਡ ਨਹੀਂ ਹੋਣੀ ਚਾਹੀਦੀ, ਸਾਇੰਟੀਫਿਕਲੀ ਵੀ ਅਪਰੂਵ ਕੀਤਾ ਹੋਵੇ, ਉਹਦੇ ਉੱਪਰ ਰਿਸਰਚਸ ਹੋਈਆਂ ਹੋਣ, ਉਹਦੇ ਰਿਜ਼ਲਟ ਜਿਹੜੇ ਪਾਸ ਹੋਏ ਹੋਣ, ਕੋਈ ਵੈਕਸੀਨ ਹੈ, ਕੋਈ ਮੈਡੀਸਨ ਹੈ, ਕੋਈ ਡਰਗ ਹੈ, ਠੀਕ ਹੈ। ਸੋ ਤਾਂ ਅੱਗੇ ਜਾ ਕੇ ਉਹ ਪ੍ਰਾਇਮਰੀ ਹੈਲਥ ਕੇਅਰ ਦਾ ਪਾਰਟ ਬਣ ਸਕਦੀ ਹੈ। ਸੋ ਉਹਨੂੰ ਬੋਲਦੇ हैं ਪ੍ਰਾਇਮਰੀ ਹੈਲਥ ਕੇਅਰ, ਓਕੇ। So that was about the definition or the introduction of the primary health care. Next is the elements of the primary health care. So there are near about 8 elements of the primary health care, important elements ਜਿਹੜੇ ਹੈਗੇ ਨੇ। So elements ਜਿਹੜੇ ਹੈਗੇ ਨੇ ਉਹ ਐਲੀਮੈਂਟਸ ਦੇ ਵਰਡ ਤੋਂ ਹੀ ਅੱਗੇ ਉਹਦੀ ਫੁੱਲ ਫਾਰਮ ਬਣਾ ਦਿੱਤੀ ਜਾਂਦੀ ਹੈ, ਬਹੁਤ ਸਾਰੀਆਂ ਬੁੱਕਸ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਇਹਨੂੰ ਡਿਫਾਈਨ ਕੀਤਾ ਜਾਂਦਾ ਹੈ, ਠੀਕ ਹੈ। ਸੋ ਫਸਟ ਜਿਹੜਾ ਹੈ ਐਲੀਮੈਂਟ ਇਹਦੇ ਵਿੱਚ ਆ ਜਾਂਦਾ ਹੈ, ਦੈਟ ਇਜ਼
ਐਜੂਕੇਸ਼ਨ, E ਫॉर ਐਜੂਕੇਸ਼ਨ। ਤੁਸੀਂ ਨੋਟ ਵੀ ਕਰ ਸਕਦੇ ਹੋ ਨਾਲ, E ਫॉर ਐਜੂਕੇਸ਼ਨ। ਸੋ फस्ट एलीमेंट है जो प्राइमरी हेल्थ केयर का, दैट इज एजुकेशन। एजुकेशन का रिलेटेड, हेल्थ प्रॉब्लम से रिलेटेड मैथड्स ਜਿਹੜੇ ਕਿ ਆਪਾਂ ਜਿਨ੍ਹਾਂ ਨਾਲ ਹੈਲਥ ਪ੍ਰੋਬਲਮਸ ਨੂੰ ਆਇਡੈਂਟੀਫਾਈ ਕਰ ਸਕਦੇ ਹਾਂ, ਕਿਸ ਤਰੀਕੇ ਨਾਲ ਪ੍ਰੀਵੈਂਟ ਕਰ ਸਕਦੇ ਹਾਂ ਤੇ ਕੰਟਰੋਲ ਕਰ ਸਕਦੇ ਹਾਂ। ਓਕੇ, ਸੋ ਇਹ ਜਿਹੜੇ ਹੈਗੇ ਨੇ ਫਸਟ ਐਲੀਮੈਂਟ ਹੈ ਜਿਹੜਾ ਐਜੂਕੇਸ਼ਨ ਹੈ। ਇਹਨੂੰ ਆਪਾਂ ਹੈਲਥ ਐਜੂਕੇਸ਼ਨ ਵੀ ਕਹਿ ਸਕਦੇ ਹਾਂ। ਹੈਲਥ ਐਜੂਕੇਸ਼ਨ ਪ੍ਰਾਇਮਰੀ ਹੈਲਥ ਕੇਅਰ ਦਾ ਇੱਕ ਬਹੁਤ ਇੰਪੋਰਟੈਂਟ ਆਸਪੈਕਟ ਹੈ, ਇੱਕ ਕੰਪੋਨੈਂਟ ਹੈ। ਐਜੂਕੇਸ਼ਨ ਦੇ ਵਿੱਚ ਆਉਂਦਾ ਹੈ ਹੈਲਥ ਐਜੂਕੇਸ਼ਨ। ਸੋ ਘਰ ਘਰ ਦੇ ਵਿੱਚ ਆ ਕੇ ਕਮਿਊਨਿਟੀ ਹੈਲਥ ਨਰਸਿੰਗ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਡਿਊਰਿੰਗ ਦੇयर ਜਿਹੜਾ ਉਹਨਾਂ ਦਾ ਮੰਨ ਲਓ ਸਟੂਡੈਂਟ ਲਾਈਫ ਦੇ ਵਿੱਚ ਜਾਂ ਅੱਗੇ ਜਾ ਕੇ ਸਟਾਫ ਨਰਸਿਸ ਵੀ ਬਣਦੇ, ਨਰਸਿਸ ਜਿਹੜੇ ਕਮਿਊਨਿਟੀ ਹੈਲਥ ਨਰਸਿਸ ਬਣ ਜਾਂਦੇ ਨੇ, ਘਰ ਘਰ ਦੇ ਵਿੱਚ ਜਾ ਕੇ ਉਹਨਾਂ ਦਾ ਕੰਮ ਇਹੀ ਹੁੰਦਾ ਹੈ ਹੈਲਥ ਐਜੂਕੇਸ਼ਨ ਦੇਣਾ ਲੋਕਾਂ ਨੂੰ, ਸੋ ਦੈਟ ਵੀ ਸ਼ੁੱਡ ਬੀ ਏਬਲ ਟੂ ਚੇਂਜ ਦ ਲਾਈਫ ਸਟਾਈਲ ਆਫ ਦ ਪੀਪਲ ਫਰੋਮ ਦ ਨੈਗੇਟਿਵ ਲਾਈਫ ਸਟਾਈਲ ਟੂ ਦ ਪੋਜ਼ੀਟਿਵ ਲਾਈਫ ਸਟਾਈਲ। ਅਤੇ ਅੱਗੇ ਜਾ ਕੇ ਜਿਹੜਾ ਹੈਗਾ ਆਪਾਂ ਉਹਨਾਂ ਦੀ ਹੈਲਥ ਨੂੰ ਪ੍ਰਮੋਟ ਕਰ ਸਕੀਏ ਤੇ ਡਿਜ਼ੀਜ਼ਸ ਨੂੰ ਪ੍ਰੀਵੈਂਟ ਕਰ ਸਕੀਏ, ਆਈਦਰ ਕਮਿਊਨੀਕੇਬਲ ਡਿਜ਼ੀਜ਼ ਹੋਵੇ ਭਾਵੇਂ ਨਾਨ ਕਮਿਊਨੀਕੇਬਲ ਡਿਜ਼ੀਜ਼ ਹੋਵੇ। ਓਕੇ, ਸੋ ਦੈਟ ਵਾਜ਼ ਦ ਫਸਟ ਐਲੀਮੈਂਟ ਐਜੂਕੇਸ਼ਨ। वॉइस क्लीयर है? एक बार मैं दोबारा पूछ लेना, तो मैंने एक मैसेज कर दो थले, क्योंकि कई बार होंगे थोड़ा जहा नैटवर्क प्रॉब्लम करके आवाज़ जी नहीं पहुँचती। सो इस करके मैंने एक मैसेज थले कर दो भी क्लीयर आ रही है, ताकि मैंने पता लग जाए कि आवाज़ जी बिल्कुल साफ है। हाँ जी, क्लियर आ रही है आवाज़? Next is second component, the element is locally endemic disease prevention. Okay, so from L, full form is locally endemic disease prevention. So ਜਿਹੜੀਆਂ ਉਸ ਏਰੀਆ ਦੇ ਵਿੱਚ ਡਿਜ਼ੀਜ਼ਸ ਨੇ, ਕਿਸੇ ਵੀ ਕਮਿਊਨਿਟੀ ਏਰੀਆ ਦੀ ਆਪਾਂ ਗੱਲ ਕਰਦੇ ਹਾਂ, ਨਾਰਮਲੀ ਉਹ ਏਰੀਆ ਦੇ ਵਿੱਚ ਕੁਛ ਇੱਕ ਅਜਿਹੀਆਂ ਡਿਜ਼ੀਜ਼ਸ ਹਮੇਸ਼ਾ ਹੀ ਹੁੰਦੀਆਂ ਨੇ, ਠੀਕ ਹੈ, ਜਿਹਦੇ ਵਿੱਚ ਕਿ ਡਿਜ਼ੀਜ਼ਸ ਉਹ ਵਾਲੀਆਂ ਜਿਹੜੀ ਕਿ ਕੌਨਸਟੈਂਟਲੀ ਉਸ ਏਰੀਆ ਦੇ ਵਿੱਚ ਪ੍ਰੈਜ਼ੈਂਟ ਹੁੰਦੀਆਂ, ਠੀਕ ਹੈ। ਸੋ ਉਹ ਏਰੀਆ ਦੇ ਵਿੱਚ ਜਿਹੜੀ ਕੌਨਸਟੈਂਟਲੀ ਪ੍ਰੈਜ਼ੈਂਟ ਡਿਜ਼ੀਜ਼ਸ ਨੇ, ਡਿਜ਼ੀਜ਼ ਤਾਂ ਆਪਾਂ ਨੂੰ ਕੋਈ ਵੀ ਨਹੀਂ ਚਾਹੀਦੀ, ਸੋ ਉਹਨਾਂ ਦੀ ਵੀ ਪ੍ਰੀਵੈਂਸ਼ਨ ਕਰਨਾ ਸੈਕੰਡ ਜਿਹੜਾ ਇਹਦਾ ਐਲੀਮੈਂਟ ਬਣ ਜਾਂਦਾ ਹੈ, ਲੋਕਲੀ ਐਂਡੈਮਿਕ ਡਿਜ਼ੀਜ਼ ਪ੍ਰੀਵੈਂਸ਼ਨ ਐਂਡ ਦੇਅਰ ਕੰਟਰੋਲ। ਮੰਨ ਲਓ ਮਲੇਰੀਆ ਹੈ ਕਿਸੇ ਏਰੀਆ ਦੇ ਵਿੱਚ ਫੈਲਿਆ ਹੋਇਆ, ਠੀਕ ਹੈ, ਸੋ ਉਹਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਪ੍ਰੀਵੈਂਟ ਹੋਣ ਤੋਂ ਰੁਕਣਾ ਹੈ, ਠੀਕ ਹੈ। ਐਨਵਾਇਰਨਮੈਂਟਲ ਸੈਨੀਟੇਸ਼ਨ ਦੀ ਪ੍ਰੋਬਲਮ ਕਰਕੇ ਡੇਂਗੂ ਹੈ, ਕੋਈ ਹੋਰ TB ਦੇ ਕੇਸਿਸ ਨੇ ਜਿਹੜੇ ਕਿ ਫੈਲ ਰਹੇ ਹੈ ਅੱਗੇ, ਠੀਕ ਹੈ, ਕੌਨਸਟੈਂਟਲੀ ਉਸ ਏਰੀਆ ਦੇ ਵਿੱਚ ਪ੍ਰੈਜ਼ੈਂਟ ਨੇ। ਕਿਉਂ? ਕਿਉਂਕਿ ਉੱਥੋਂ ਦੇ ਲੋਕ ਜਿਹੜੇ ਹੈਗੇ ਨੇ, ਠੀਕ ਹੈ, ਸੋ ਇੱਕ ਇਹੋ ਜਿਹੇ ਇਨਵਾਇਰਨਮੈਂਟ ਦੇ ਵਿੱਚ ਰਹਿ ਰਹੇ ਨੇ ਜਿਹਦਾ ਸੈਨੀਟੇਸ਼ਨ ਜਿਹੜਾ ਹੈਗਾ ਪ੍ਰੋਪਰ ਨਹੀਂ ਹੈ, ਠੀਕ ਹੈ। ਸੋ ਇਸ ਕਰਕੇ ਸੈਕੰਡ ਕੰਪੋਨੈਂਟ ਐਲੀਮੈਂਟ ਹੈ that is locally endemic disease prevention and control. Third is the E, that stands for expanded program of immunization against major infectious diseases. So ਇਹਦੇ ਵਿੱਚ ਆਪਾਂ ਜਿਹੜਾ ਕੰਪੋਨੈਂਟ ਲੈਣੇ ਹਾਂ ਮੇਜਰ ਇਨਫੈਕਸ਼ੀਅਸ ਡਿਜ਼ੀਜ਼ ਦਾ ਇੱਕ ਕੰਪੋਨੈਂਟ ਹੈ, ਠੀਕ ਹੈ। ਸੋ ਇਹਦੇ ਵਿੱਚ ਜਿਹੜਾ ਆ ਜਾਂਦਾ ਹੈ ਆਪਾਂ ਕਹਿ ਦਿੰਦੇ ਵੀ ਜਿਹੜੀਆਂ ਡਿਜ਼ੀਜ਼ ਜਿਹੜੀਆਂ ਜਿਨ੍ਹਾਂ ਦੇ ਰਿਲੇਟਡ 6 ਕਿਲਰ ਡਿਜ਼ੀਜ਼ ਮੰਨ ਲਓ ਹੈਗੀਆਂ ਨੇ, ਜਿਨ੍ਹਾਂ ਰਿਲੇਟਡ ਇਮਿਊਨਾਈਜੇਸ਼ਨ ਹੈ, ਠੀਕ ਹੈ, ਜਿਵੇਂ ਕਿ ਪੋਲੀਓ ਹੈ, ਹੈਪੇਟਾਈਟਸ ਹੈ, ਟਿਊਬਰਕਲੋਸਿਸ ਹੈ, ਠੀਕ ਹੈ। ਸੋ ਹੋਰ ਡਿਜ਼ੀਜ਼ਸ ਨੇ ਉਹਨਾਂ ਰਿਲੇਟਡ ਜਿਹੜਾ ਹੈਗਾ ਇਮਿਊਨਾਈਜੇਸ਼ਨ ਕਰਨਾ ਉਹਨਾਂ ਦੇ ਅਗੇਂਸਟ, ਤਾਂ ਕਿ ਉਹ ਡਿਜ਼ੀਜ਼ ਜਿਹੜੀਆਂ ਹੈਗੀਆਂ ਅੱਗੇ ਹੋ ਨਾ ਸਕਣ, ਫੈਲ ਨਾ ਸਕਣ, ਵੱਧ ਨਾ ਸਕਣ। ਸੋ ਨੈਕਸਟ ਐਲੀਮੈਂਟ ਜਿਹੜਾ ਹੈਗਾ ਸੀਗਾ that is expanded program on okay, so next ਜਿਹੜਾ ਹੈਗਾ ਇਹਦੇ ਵਿੱਚ expanded program of immunization ਸੀਗਾ, ਠੀਕ ਹੈ। ਸੋ ਜਿਹੜਾ ਹੈਗਾ ਇਹਦੇ ਵਿੱਚ ਨਾਲ ਦੀ ਨਾਲ ਜਿਹੜਾ ਹੈਗਾ ਇਨਫੈਕਸ਼ੀਅਸ ਡਿਜ਼ੀਜ਼ ਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ। ਲੋਕਾਂ ਨੂੰ ਅੱਜ ਵੀ ਇੰਡੀਆ ਦੇ ਵਿੱਚ 21st ਸੈਂਚੁਰੀ ਹੈ, ਬਹੁਤ ਸਾਰੇ ਲੋਕ ਨੇ ਇਮਿਊਨਾਈਜੇਸ਼ਨ ਜਿਹੜਾ ਨਹੀਂ ਹੋ ਰਿਹਾ ਲੋਕਾਂ ਦਾ, ਉੱਥੋਂ ਤੱਕ ਪਹੁੰਚ ਨਹੀਂ ਹੋ ਰਹੀ। ਸੋ ਇਹਦਾ ਇੱਕ ਐਲੀਮੈਂਟ ਹੈ, ਇੱਕ ਪ੍ਰੋਗਰਾਮ ਹੈ ਜਿਹੜਾ ਉਹਨੂੰ ਐਕਸਪੈਂਡ ਕਰ ਦਈਏ, ਠੀਕ ਹੈ, ਇਮਿਊਨਾਈਜੇਸ਼ਨ ਜਿਹੜਾ ਹੈਗਾ ਉਹਨੂੰ ਆਪਾਂ ਘਰ ਘਰ ਤੱਕ ਪਹੁੰਚਾਈਏ, ਠੀਕ ਹੈ। ਨੈਕਸਟ ਐਲੀਮੈਂਟ ਇਜ਼ M, that stands for the one of the most important topic ਜਿਹੜਾ ਮੈਨੂੰ ਲੱਗਦਾ ਹੈ ਪੂਰੀ ਕਮਿਊਨਿਟੀ ਦੇ ਵਿੱਚ ਹੁੰਦਾ ਹੈ, ਜਿਹਦੇ ਉੱਪਰ ਸਾਰੇ ਦੇ ਸਾਰੇ ਆਲਮੋਸਟ ਪ੍ਰੋਗਰਾਮਸ ਬੇਸਡ ਹੁੰਦੇ ਆ, that is MCH, that is maternal and child health care including the family plan. Okay, so बहुत ही एक इम्पॉर्टेंट ਜਿਹੜਾ ਹੈਗਾ ਇੱਕ ਕੰਪੋਨੈਂਟ ਹੈ, ਠੀਕ ਹੈ, ਮੈਟਰਨਲ ਐਂਡ ਚਾਈਲਡ ਹੈਲਥ ਕੇਅਰ। ਓਕੇ, ਸੋ ਇਹਦੇ ਵਿੱਚ ਮਦਰ ਐਜ਼ ਵੈਲ ਐਜ਼ ਜਿਹੜਾ ਹੈਗਾ ਚਾਈਲਡ ਦੋਵਾਂ ਦਾ ਜਿਹੜਾ ਹੈਗਾ ਆਪਾਂ ਕੇਅਰ ਜਿਹੜੀ ਹੈ
फ्रॉम प्रैगनेंसी, ड्यूरिंग डिलीवरी, आफ्टर बर्थ, ठीक है। एंड कुछ साल बाद तक ते आपां जिहड़ी केयर है पोस्टनेटल केयर प्रोवाइड करते हैं, ठीक है। सो जिहड़े हैगे इन्फेंट है, टॉडलर है, प्री स्कूल है, स्कूल गोइंग चिल्ड्रन ने, ठीक है। सो उन्होंने सारे ਆਪਾਂ ਇਹਦੇ ਵਿੱਚ इंक्लूड करते हैं। फॉर एग्जाम्पल मैं कुछ एक प्रोग्राम से नाम दस दिना, ठीक है। सो जिमें कि RCH प्रोग्राम है, बहुत इंपॉर्टेंट प्रोग्राम है, ठीक है जी। सो नैक्सट जोड़ा हैगा IMNCI आ जाता है, ठीक है। सो CSSM है, ठीक है। BFHI इंक्लूड करते हैं, बहुत सारे मतलब अलग अलग आसपैक्ट्स ने जिहड़ी कि आपां लैके चलते हैं मैटरनल एंड चाइल्ड हेल्थ केयर के अंडर। नैक्सट कंपोनेंट इज जिहड़ा कि एलीमेंट्स के अंडर आता है असेंशियल ड्रग्स अरेंजमेंट। सो बहुत ही इंपॉर्टेंट है। मैं हर एक वर्ड में इस करके इंपॉर्टेंट कहना क्योंकि एज अ होल प्राइमरी हेल्थ केयर इन इटसेल्फ इज़ एन इंपॉर्टेंट टॉपिक। बहुत सारे ਜਿਹੜੇ एग्जाम्स ने चाहे वो किसी भी कोर्स से होने वो पूछा जाता है, नर्सिंग या साइंस के कोर भी है, ठीक है। सो ई स्टैंड्स फॉर द एसेंशियल ड्रग्स अरेंजमेंट। देखो बहुत सारी गवर्नमेंट जी है प्रोग्राम चलाती है जिद ऐजियां ड्रग्स होंगे ने जिन्हों की जी है आप कह सकते हैं कि सप्लाई है वो कभी नहीं रुकनी चाहिए। फॉर एग्जाम्पल RNTCP दैट इज़ रिवाइज नैशनल ट्यूबरकुलोसिस कंट्रोल प्रोग्राम, ओके। सो 1992 के प्रोग्राम स्टार्ट होया सीगा। सो ਉਹਦੇ ਵਿੱਚ ਜਿਹੜਾ ਸੈਕਿੰਡ ਜਿਹੜਾ ਸਟੈਪ ਸੀਗਾ ਜਿਹਨੂੰ ਆਪਾਂ RNTCP ਬੋਲਦੇ ਹਾਂ, ਉਹਦੇ ਵਿੱਚ ਜੇ ਡਰਗ ਸਪਲਾਈ ਹੈ, ਮੰਨ ਲਓ ਡਾਟਸ ਥੈਰੇਪੀ ਹੈ, ਦੈਟ ਇਜ਼ ਡਾਇਰੈਕਟਲੀ ਅਬਜ਼ਰਵ ਟ੍ਰੀਟਮੈਂਟ ਸ਼ਾਰਟ ਕੋਰਸ ਕੀਮੋਥੈਰੇਪੀ ਜੋ ਰੁਕ ਜਾਂਦੀ ਹੈ ਤੇ ਬਹੁਤ ਸਾਰੇ ਪੇਸ਼ੈਂਟ ਜਿਹੜੇ ਕਿ ਟ੍ਰੀਟੇਬਲ ट्यूबरकुलोसिस ਜਿਹੜੀ ਕਿ ਇੱਕ ਟ੍ਰੀਟੇਬਲ ਡਿਜ਼ੀਜ਼ ਹੈ ਜੋ ਰੁਕ ਜਾਂਦੇ ਹੈ ਡਰਗ ਸਪਲਾਈ ਤੇ ਆਪਾਂ ਅਗਰ ਟ੍ਰੀਟ ਨਹੀਂ ਕਰ ਪਾਵਾਂਗੇ। ਸੋ ਅਸੈਂਸ਼ੀਅਲ ਜਿਹੜੀ ਡਰਗਸ ਅਰੇਂਜਮੈਂਟ ਜਿਹੜੇ ਹੈਗੇ ਆਪਾਂ ਨੂੰ ਕਰਕੇ ਰੱਖਣੇ ਪੈਣਗੇ। ਦੂਜਾ PSC ਹੈ, CSC ਹੈ, ਉਹਨਾਂ ਦੇ ਵਿੱਚ ਜਿਹੜੇ ਹੈਗੇ ਆ ड्रग्स हमेशा अवेलेबल होनी चाहिए एमरजेंसी वास्ते, चाहे वो मैटरनल हेल्थ से रिलेटेड है, चाहे वो फस्ट एड से रिलेटेड है। सो अंडर द प्राइमरी हेल्थ केयर श्योर किया जाता है कि एसेंशियल ड्रग्स जी है हमेशा ही होनी ही चाहिए। नेक्स्ट पॉइंट इज सो दैट वाज अबाउट द एसेंशियल ड्रग्स अरेंजमेंट। नेक्स्ट इज अबाउट द N that stands for nutritional food supplement and adequate supply of the safe and basic nutrition। सो कुछ एक प्रोग्राम चलते हैं जिमें कि बालवाड़ी न्यूट्रिशन प्रोग्राम है, मिड डे मील न्यूट्रिशन प्रोग्राम है, ठीक है। तो इस तरीके अगे जो चलते इस आसपैक्ट में जोड़िया जाता है। नैक्सट इज द ट्रीटमेंट इन इटसेल्फ स्टैंड्स फॉर द ट्रीटमेंट ऑफ द कम्युनिकेबल एंड द नॉन कम्युनिकेबल डिजीज, द प्रमोशन ऑफ द मैंटल हैल्थ, ठीक है। सो ये जो कम्युनिकेबल एज वेल एज नॉन कम्युनिकेबल जिन्नियां डिजीज़ है ਜਿਹੜੀਆਂ ਏਰੀਆਸ ਦੇ ਵਿੱਚ ਹਮੇਸ਼ਾ ਹੀ ਕਮਿਊਨਿਟੀ ਦੇ ਵਿੱਚ ਲੋਕਾਂ ਨੂੰ ਸਫਰ ਕਰਦੀਆਂ ਨੇ ਜਾਂ ਲੋਕ ਸਫਰ ਕਰਦੇ ਨੇ ਉਹਨਾਂ ਤੋਂ, ਠੀਕ ਹੈ। ਸੋ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਹੈਗਾ ਕਰਨਾ ਜ਼ਰੂਰੀ ਹੈ। ਨੈਕਸਟ ਲਾਸਟ ਇਜ਼ S ਸਟੈਂਡ ਫॉर ਸੇਫ ਵਾਟਰ ਐਂਡ ਸੈਨੀਟੇਸ਼ਨ। ਅੱਜ ਤੱਕ ਅਜੇ ਵੀ ਆਪਾਂ ਨੂੰ ਸਾਫ਼ ਪਾਣੀ ਜਾਂ ਸੈਨੀਟੇਸ਼ਨ ਜਿਹੜੀ ਹੈਗੀ ਇਹਦੀ ਪ੍ਰੋਬਲਮਸ ਆਉਂਦੀਆਂ ਨੇ। ਸੋ ਉਹਨੂੰ ਫਸਟ 5 ਈਅਰ ਪਲਾਨ ਤੋਂ ਸਟਾਰਟ ਹੋਇਆ ਸੀਗਾ ਸੇਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ, ਤੇ ਅੱਜ ਵੀ ਜਿਹੜੇ ਪ੍ਰੋਗਰਾਮਸ ਚੱਲ ਰਹੇ ਨੇ 5 ਈਅਰ ਪਲਾਨ ਜਿਨ੍ਹਾਂ ਨੂੰ ਆਪਾਂ 5 ਵਰਸ਼ੀय ਯੋਜਨਾ ਬੋਲਦੇ ਨੇ ਹਿੰਦੀ ਦੇ ਵਿੱਚ, ਠੀਕ ਹੈ। ਸੋ ਅੱਜ ਵੀ ਉਹਨਾਂ ਦਾ ਇੱਕ ਪੁਆਇੰਟ ਜਿਹੜਾ ਆਬਜੈਕਟਿਵ ਆਪਾਂ ਅਚੀਵ ਕਰਨਾ ਹੈ, ਸੋ ਦੈਟ ਇਜ਼ ਸੇਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ। ਅੱਜ ਜਿਹੜੇ ਕਿ 12 5 ਈਅਰ ਪਲਾਨ ਹੋ ਚੁੱਕੇ ਨੇ, 13ਵਾਂ ਜਿਹੜਾ ਹੈਗਾ ਕੰਟੀਨਿਊਸ਼ਨ ਦੇ ਵਿੱਚ ਆਪਾਂ ਨੂੰ ਚੱਲ ਰਿਹਾ ਹੈ, ਇਸ ਟਾਈਮ ਜਿਹੜਾ ਹੈਗਾ ਚੱਲਣਾ ਹੈ, ਠੀਕ ਹੈ। ਸੋ ਉਹਦੇ ਵਿੱਚ ਵੀ ਠੀਕ ਹੈ ਆਪਾਂ ਨੂੰ ਅੱਜ ਵੀ ਜਿਹੜੀ ਨੀਡ ਹੈਗੀ ਹੈ ਸੇਫ ਵਾਟਰ ਸਪਲਾਈ ਤੇ ਸੈਨੀਟੇਸ਼ਨ ਦੀ ਹੈਗੀ ਹੈ, ਐਂਡ ਦੈਟ ਇਜ਼ ਆਲਸੋ ਵਨ ਆਫ ਦ ਬੇਸਿਕ ਨੀਡ ਆਫ ਹਿਊਮਨਸ, ठीक है। safe water supply and sanitation। So this was about the ठीक है elements of primary health care। so यही सीगे सारे ਦੇ ਸਾਰੇ elements। मैं एक बार फिर ਜਿਹੜਾ ਹੈਗਾ ਤੁਹਾਨੂੰ ਨਾਮ ਦੱਸ ਦਿੰਦਾ ਕਿਹੜੇ ਕਿਹੜੇ ਸੀਗੇ। First, E stands for the education, that includes the health education. Second, L stands for the locally endemic disease prevention and control. Third, it was E, again E, that stands for the expanded program of immunization. Next, M stands for the maternal and child health care. And next, E stands for the essential drugs arrangement. Next, N stands for the nutritional food supplement. Next is the T, that stands for the treatment of the communicable and non-communicable diseases. And last was S, that stands for the safe water supply and sanitation. Okay. So that was about the elements of primary health care. So कुछ एक elements ਜਿਹੜੇ ਹੈਗੇ 21st century ਦੇ accordingly ਵੀ ਬਣੇ ਨੇ, ਨਾਮ ਮੈਂ ਉਹਨਾਂ ਦੇ ਦੱਸ ਦਿੰਦਾ। ਮੀਨਿੰਗ ਆਲਮੋਸਟ ਉਹਨਾਂ ਦਾ ਸੇਮ ਹੀ ਐਕਸਪਲੇਨੇਸ਼ਨ ਇਹਨਾਂ ਦੇ ਨਾਲ ਦੀ ਹੈ। ਜਿਹੜੀ 21st century ਦੇ ਵਿੱਚ ਆਪਾਂ
ਕਾਊਂਟ ਕਰਦੇ ਹਾਂ ਜਿਹੜੇ ਐਕਸਟੈਂਡਡ ਐਲੀਮੈਂਟਸ ਜਿਨ੍ਹਾਂ ਨੂੰ ਬੋਲਦੇ ਹੈ 21st ਸੈਂਚੁਰੀ ਦੇ ਪ੍ਰਾਇਮਰੀ ਹੈਲਥ ਕੇਅਰ ਦੇ, ਉਹ ਕਿਹੜੇ ਨੇ। ਸੋ ਫਸਟ ਇਜ਼ ਐਕਸਪੈਂਡਡ ਆਪਸ਼ਨਸ ਆਫ ਦਾ ਇਮਿਊਨਾਈਜੇਸ਼ਨ, ਠੀਕ ਹੈ। ਸੋ ਫਸਟ ਜਿਹੜਾ ਪੁਆਇੰਟ ਇਹਦੇ ਵਿੱਚ ਇਹ ਆਉਂਦਾ। ਸੈਕੰਡ ਇਜ਼ ਰੀਪਰੋਡਕਟਿਵ ਹੈਲਥ ਨੀਡਸ, ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ ਹੈ। ਇਹਨੂੰ ਵੀ ਅੱਜ ਕੱਲ੍ਹ ਜਿਹੜਾ ਇੰਕਲੂਡ ਕੀਤਾ ਜਾਂਦਾ ਫੈਮਿਲੀ ਪਲਾਨਿੰਗ ਦੇ ਜਿਹੜੀਆਂ ਨੀਡਸ ਨੇ, ਠੀਕ ਹੈ। ਸੋ ਸਮਾਲ ਫੈਮਿਲੀ ਨੋਰਮਸ ਆ, ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ। ਨੈਕਸਟ ਪ੍ਰੋਵੀਜ਼ਨਲ ਆਫ ਦਾ ਐਸੈਂਸ਼ੀਅਲ ਟੈਕਨੋਲੋਜੀਜ਼ ਫॉर ਹੈਲਥ। ਅੱਜ ਜਿਹੜੀ ਹੈ ਟੈਕਨੋਲੋਜੀ ਪਿਛਲੇ 30 ਸਾਲ ਦਾ ਨਾਮ ਹੈ, 20 ਸਾਲਾਂ ਨਾਲ ਬਹੁਤ ਜ਼ਿਆਦਾ ਐਡਵਾਂਸ ਹੋ ਚੁੱਕੀ ਹੈ। ਪਹਿਲਾਂ ਜਿਹੜੀਆਂ ਅੱਜ ਆਪਣੇ ਕੋਲ ਟੈਕਨੋਲੋਜੀਜ਼ ਅਵੇਲੇਬਲ ਨੇ ਹੈਲਥ ਸਿਸਟਮ ਵਿੱਚ, ਪਹਿਲਾਂ ਅਵੇਲੇਬਲ ਨਹੀਂ ਸੀ। ਸੋ ਇਸੇ ਕਰਕੇ ਜਿਹੜਾ ਹੈਗਾ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਟੈਕਨੋਲੋਜੀ ਐਡਵਾਂਸ ਹੋ ਗਈ। ਸੋ ਪ੍ਰਾਇਮਰੀ ਹੈਲਥ ਕੇਅਰ ਦੇ ਵਿੱਚ ਵੀ ਆਪਾਂ ਐਡਵਾਂਸ ਟੈਕਨੋਲੋਜੀ ਜਿਹੜੀ ਲੈ ਕੇ ਚੱਲ ਰਹੇ ਹਾਂ। ਨੈਕਸਟ ਹੈਲਥ ਪ੍ਰਮੋਸ਼ਨ, ਠੀਕ ਹੈ। ਸੋ ਹੈਲਥ ਪ੍ਰਮੋਸ਼ਨ ਕੇ ਨਾਲ ਲੋਕਾਂ ਦਾ ਜਿਹੜਾ ਨੈਗੇਟਿਵ ਹੈਲਥ ਸਟੇਟਸ ਆ ਉਹਨੂੰ ਪ੍ਰਮੋਟ ਕਰਕੇ ਪੋਜ਼ਿਟਿਵ ਹੈਲਥ ਸਟੇਟਸ ਲੈ ਕੇ ਆਉਣਾ ਹੀ ਹੈ ਹੈਲਥ ਪ੍ਰਮੋਸ਼ਨ, ਓਕੇ। ਸੋ ਉਹ ਵੀ ਇਹਦੇ ਵਿੱਚ ਜਿਹੜੇ ਐਕਸਟੈਂਡਡ ਜਿਹੜੇ ਹੈਗੇ ਐਲੀਮੈਂਟਸ ਨੇ ਉਹਦੇ ਵਿੱਚ ਜੁੜਿਆ ਜਾਂਦਾ ਹੈ। ਨੈਕਸਟ ਇਜ਼ ਦਾ prevention and control of the non-communicable diseases, बहुत एक इंपॉर्टेंट एक एलिमेंट है ਜਿਹੜਾ ਆਪਾਂ ਪੁਰਾਣੇ ਵਾਲਿਆਂ 'ਚ ਵੀ ਐਲੀਮੈਂਟਸ ਪੜ੍ਹਿਆ ਸੀਗਾ, ਐਕਸਟੈਂਡਡ ਦੇ ਵਿੱਚ ਵੀ ਆਉਂਦਾ ਹੈ। ਪ੍ਰੀਵੈਂਟ ਕਰਨਾ, ਕੰਟਰੋਲ ਕਰਨਾ ਕਮਿਊਨੀਕੇਬਲ ਤੇ ਨਾਨ ਕਮਿਊਨੀਕੇਬਲ ਜਿਹੜੀਆਂ ਡਿਜ਼ੀਜ਼ਸ। ਨੈਕਸਟ 6th ਪੁਆਇੰਟ ਇਜ਼ ਲਾਸਟ ਪੁਆਇੰਟ ਹੈ ਜਿਹੜਾ ਐਕਸਟੈਂਡਡ ਐਲੀਮੈਂਟਸ ਦੇ ਵਿੱਚ ਫੂਡ ਸੇਫਟੀ ਐਂਡ ਪ੍ਰੋਵੀਜ਼ਨ ਆਫ ਦ ਸਿਲੈਕਟਡ ਫੂਡ ਸਪਲੀਮੈਂਟਸ, ਠੀਕ ਹੈ। ਸੋ ਫੂਡ ਜਿਹੜੀ ਹੈਗੀ ਅੱਜ ਕੱਲ੍ਹ ਜਿਹੜੀ ਫੂਡ ਅਡਲਟ੍ਰੇਸ਼ਨ ਦੀ ਪ੍ਰੋਬਲਮ ਹੈ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਅਡਲਟ੍ਰੇਸ਼ਨ ਦਾ ਮਤਲਬ ਇਹੀ ਹੁੰਦਾ ਜਿਹੜਾ ਫੂਡ ਹੈ ਕਿਸੇ ਵੀ ਟਾਈਪ ਦਾ ਆਪਾਂ ਨੂੰ ਪ੍ਰੋਵਾਈਡ ਕੀਤਾ ਜਾ ਰਿਹਾ ਹੈ, ਠੀਕ ਹੈ। ਜਿਹੜੇ ਪ੍ਰੋਡਕਟਸ ਬਣਾਉਂਦੇ ਨੇ, ਠੀਕ ਹੈ। ਸੋ ਕੰਜ਼ਿਊਮਰ ਨੂੰ ਜਿਹੜਾ ਪ੍ਰੋਡਕਟ ਮਿਲਿਆ ਉਹ ਅਡਲਟ੍ਰੇਟਡ ਹੋ ਚੁੱਕਿਆ। ਅਡਲਟ੍ਰੇਟਡ ਮਤਲਬ ਉਹਦੇ ਵਿੱਚ ਮਿਕਸਿੰਗ ਕੀਤੀ ਜਾ ਚੁੱਕੀ ਹੈ, ਉਹਦੀ ਕੁਆਂਟਿਟੀ ਵਧਾ ਕੇ ਉਹਦੀ ਕੁਆਲਿਟੀ ਨੂੰ ਜਿਹੜਾ ਹੈ ਡਿਕਰੀਜ਼ ਕੀਤਾ ਜਾ ਚੁੱਕਿਆ, ਠੀਕ ਹੈ। ਸੋ ਉਸ ਫੂਡ ਨੂੰ ਆਪਾਂ ਅਡਲਟ੍ਰੇਟਡ ਬੋਲਦੇ ਹਾਂ। ਉਹ 'ਚ ਮਿਸ ਬ੍ਰਾਂਡਿੰਗ ਵੀ ਆ ਜਾਂਦੀ ਹੈ, ਮਿਸਲੇਬਲਿੰਗ ਵੀ ਆ ਜਾਂਦੀ ਹੈ, ਸਾਰੀਆਂ ਚੀਜ਼ਾਂ ਨੇ। ਸੋ ਐਕਸਟੈਂਡਡ ਐਲੀਮੈਂਟਸ ਦੇ ਵਿੱਚ ਇੱਕ ਪੁਆਇੰਟ ਇਹ ਜੁੜਿਆ ਗਿਆ ਹੈ ਕਿ ਫੂਡ ਸੇਫਟੀ ਜਿਹੜੀ ਹੈਗੀ ਫੂਡ ਦੀ ਅਸ਼ੋਰ ਕਰਨਾ ਐਂਡ ਸਿਲੈਕਟਡ ਫੂਡ ਸਪਲੀਮੈਂਟਸ ਜਿਹੜੇ ਹੈਗੇ ਬੋਡੀ ਦੀ ਗਰੋਥ ਐਂਡ ਡਿਵੈਲਪਮੈਂਟ ਵਾਸਤੇ ਜ਼ਰੂਰੀ ਨੇ, ਠੀਕ ਹੈ, ਉਹ ਪ੍ਰੋਵਾਈਡ ਕਰਨਾ, ਠੀਕ ਹੈ। ਸੋ ਅੱਜ ਕੱਲ੍ਹ ਜਿਹੜਾ ਹੈਗਾ ਮਿਡ ਡੇ ਮੀਲ ਪ੍ਰੋਗਰਾਮ ਨੂੰ ਬਹੁਤ ਇੰਪੋਰਟੈਂਸ ਜਿਹੜੀ ਦਿੱਤੀ ਜਾ ਰਹੀ ਹੈ। ਸੋ ਉਹ ਵੀ ਅੱਗੇ ਜਾ ਕੇ ਇੱਕ ਸਕਸੈਸਫੁਲ ਪ੍ਰੋਗਰਾਮ ਦੇ ਤੌਰ 'ਤੇ ਸਾਬਿਤ ਹੋਵੇਗਾ। ਸੋ ਦੀਜ਼ ਆਰ ਸਮ ਆਫ ਦਾ extended elements in 21st century relating with the primary health care. So ਇਹ ਸੀਗੇ ਜੇ ਸਾਰੇ ਦੇ ਸਾਰੇ ਐਲੀਮੈਂਟਸ। ਨੈਕਸਟ ਸੈਕੰਡ ਅੱਜ ਆਪਣਾ ਅੱਜ ਦਾ ਟੌਪਿਕ ਹੈ ਪ੍ਰਾਇਮਰੀ ਹੈਲਥ ਕੇਅਰ ਦੇ ਪ੍ਰਿੰਸੀਪਲਸ। ਸੋ ਇੱਥੋਂ ਤੱਕ ਸੀਗੇ ਐਲੀਮੈਂਟਸ। ਸੈਕੰਡ ਆ ਗਏ ਪ੍ਰਿੰਸੀਪਲਸ। ਪ੍ਰਿੰਸੀਪਲ ਦੇਖੋ ਮੇਨਲੀ 5 ਤਰ੍ਹਾਂ ਦੇ ਪ੍ਰਿੰਸੀਪਲ ਜਿਹੜੇ ਹੈਗੇ ਨੇ ਇੰਪੋਰਟੈਂਟ ਕਾਊਂਟ ਕੀਤੇ ਜਾਂਦੇ ਨੇ। 5 ਟਾਈਪ ਦੇ ਪ੍ਰਿੰਸੀਪਲ ਨੇ। ਸੋ ਫਸਟ ਇਹਦੇ ਵਿੱਚ ਆ ਜਾਂਦਾ ਹੈ, ਮੈਂ ਇੱਕ ਵਾਰੀ ਬਰੀਫਲੀ ਤੁਹਾਨੂੰ ਦੱਸ ਦਿੰਦਾ ਕਿਹੜੇ ਕਿਹੜੇ ਨੇ। ਫਸਟ ਜਿਹੜਾ ਹੈ equitable distribution of healthcare. Second is the community participation. Third is multi-sectoral approach, multi-sectional approach बोल देंगे। Use of the appropriate technology is the fourth point. Use of appropriate technology, ठीक है। And one more principle is focus on prevention, ठीक है। नोट कर सकते हो, मैं एक्सप्लेन दोबारा कर देना है इन्होंने, ठीक है। मैं एक्सप्लेन कर देंगे एक बार तुहानू आउटलाइन कीते सी किहड़े किहड़े प्रिंसिपल। सो फर्स्ट प्रिंसिपल इज इक्विटेबल डिस्ट्रीब्यूशन ऑफ हेल्थ केयर। हाँ जी, सो की है इक्विटेबल डिस्ट्रीब्यूशन ऑफ हेल्थ केयर? ये देखो बेसिकली इस तरीके नाल आंदा है कि इक्विटेबल डिस्ट्रीब्यूशन करना सर्विस जिवें दा नाम लिखिया होया उसी तरीके दा इहदा मीनिंग है इक्वली जिहड़ा हैगा हेल्थ केयर नूं सारे ही कम्यूनिटी दे विच इक्वली सर्विसिस नूं डिस्ट्रीब्यूट करना। बट इंडिया में हमेशा कहना हाँ अलग अलग रिलीजन, अलग अलग कल्चर, अलग अलग जिहड़ा हैगा सोशो इकनॉमिक स्टेटस के लोगों का देश है, ठीक है। सो ये अपन जिहड़ा हैगा फिर आप सारिਆਂ ਨੂੰ जिहड़ा हैगा सर्विसिस जिहड़ियां ने वो एक ही लैवल पर प्रोवाइड करनियां ने, चाहे वो अमीर है गरीब है, चाहे वो हिंदू है सिख है मुस्लिम है ईसाई किसी भी रिलीजन का, ठीक है। सो ਇਹਦਾ मतलब यही है इक्विटेबल डिस्ट्रीब्यूशन ऑफ हेल्थ केयर। ਸਾਰਿਆਂ ਨੂੰ ਸਰਵਿਸਿਸ ਦੇਣੀਆਂ, ਇਹਦਾ ਐਕਚੁਅਲ ਦੇ ਵਿੱਚ ਮੀਨਿੰਗ ਕੀ ਹੈ, ਸਾਰਿਆਂ ਨੂੰ ਸਰਵਿਸਿਸ ਦੇਣੀਆਂ ਬਟ ਉਹਨਾਂ ਨੂੰ ਪਹਿਲਾਂ ਦੇਣੀਆਂ ਜਿਨ੍ਹਾਂ ਨੂੰ ਸਭ ਤੋਂ ਜ਼ਿਆਦਾ ਲੋੜ ਹੈ, ਠੀਕ ਹੈ। ਸੋ ਇਹਦੇ ਵਿੱਚ ਟਾਰਗੇਟ ਗਰੁੱਪ ਆ ਜਾਂਦਾ ਹੈ, ਵਲਨਰੇਬਲ ਸੈਕਸ਼ਨ ਆ ਜਾਂਦਾ ਹੈ। ਵਲਨਰੇਬਲ ਸੈਕਸ਼ਨ ਦੇ ਵਿੱਚ ਬੱਚੇ ਬੜੇ ਬੜੀ ਕਨਫਿਊਜ਼ ਹੋ ਜਾਂਦੇ। ਵਲਨਰੇਬਲ ਸੈਕਸ਼ਨ ਕੀ ਹੈ? ਉਹ ਸੈਕਸ਼ਨ ਆਪਣੀ ਕਮਿਊਨਿਟੀ ਦਾ ਉਹਨਾਂ ਲੋਕਾਂ ਦਾ ਹੈ ਜਿਨ੍ਹਾਂ ਨੂੰ ਹਮੇਸ਼ਾ ਹੀ ਹਰੇਕ ਚੀਜ਼ ਹੈਲਥ ਸਰਵਿਸਿਸ ਦਾ ਸਭ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ। ਜਿਵੇਂ ਕਿ ਇਹਦੇ ਵਿੱਚ ਮਦਰ ਅਤੇ ਚਾਈਲਡ ਦਾ ਗਰੁੱਪ ਸਭ ਤੋਂ ਪਹਿਲਾਂ ਆ ਜਾਂਦਾ ਹੈ। ਉਸ ਤੋਂ ਬਾਅਦ SC
ਜਿਹੜੀ ਕਲਾਸ ਹੈ ਉਹ ਆ ਜਾਂਦੇ ਨੇ, STs ਆ ਜਾਂਦੇ ਨੇ, BCs ਆ ਜਾਂਦੇ ਨੇ, ਬੈਕਵਰਡ ਕਲਾਸ ਤੇ ਆ ਜਾਂਦੇ ਨੇ, ਸਕੈਜੂਲ ਕਾਸਟ, ਸਕੈਜੂਲ ਟ੍ਰਾਈਬ ਐਂਡ ਬੈਕਵਰਡ ਕਲਾਸ, ਠੀਕ ਹੈ। ਪਰਸਨ ਜਿਹੜੇ ਹੈਗੇ ਆ ਪਰਸਨਸ ਬਿਲੋ ਪਾਵਰਟੀ ਲਾਈਨ ਉਹ ਆ ਜਾਂਦੇ ਨੇ। ਸੋ ਇਸ ਸੈਕਸ਼ਨ ਨੂੰ ਇੱਕ ਬੋਲਦੇ ਹਾਂ ਆਪਾਂ ਜਿਹਦੇ ਵਿੱਚ ਇੰਨੇ ਸਾਰੇ ਲੋਕ ਆਪਾਂ ਲੈ ਕੇ ਚੱਲਦੇ ਹਾਂ, ਉਹਨਾਂ ਨੂੰ ਆਪਾਂ ਹਰੇਕ ਸਰਵਿਸ ਜਿਹੜੀ ਹੈ ਸਭ ਤੋਂ ਪਹਿਲਾਂ ਪ੍ਰੋਵਾਈਡ ਕਰਾਉਂਦੇ ਹਾਂ, ਠੀਕ ਹੈ। ਸੋ ਉਹਨਾਂ ਨੂੰ ਬੋਲਦੇ ਪਰਲਮੇਬਲ ਸੈਕਸ਼ਨ। ਸੋ ਇਕੁਇਟੇਬਲ ਡਿਸਟ੍ਰੀਬਿਊਸ਼ਨ ਆਫ ਹੈਲਥ ਕੇਅਰ ਸਰਵਿਸਿਜ਼ ਦੇ ਪ੍ਰਿੰਸੀਪਲ ਦਾ ਮਤਲਬ ਇਹ ਹੈ ਵੀ through the primary health care we will be the government will be providing the services to each and every member of the community equally, but to those persons priority will be given to those persons who are in the vulnerable sections of the community। so ਉਹਦੇ ਵਿੱਚ ਮੈਂ ਨਾਮ ਤੁਹਾਨੂੰ ਦੱਸਦੇ ਕਿਹੜੇ ਕਿਹੜੇ ਨੇ। ਇਸੇ ਕਰਕੇ ਹੀ ਮਦਰ ਤੇ ਜਿਹੜੇ ਚਾਈਲਡ ਨੇ ਉਹ ਹਮੇਸ਼ਾ ਹੀ ਵਲਨਰੇਬਲ ਸੈਕਸ਼ਨ ਨੀਡੀ ਦੇ ਵਿੱਚ ਸਭ ਤੋਂ ਉੱਪਰ ਆਉਂਦੇ ਨੇ, ਪ੍ਰਾਇਰਟੀ ਆਪਾਂ ਨੂੰ ਉਹਨਾਂ ਨੂੰ ਦੇਣੀ ਪੈਂਦੀ ਹੈ। ਸੋ ਸਾਰਿਆਂ ਨੂੰ ਸਰਵਿਸਿਜ਼ ਦੇਣੀਆਂ, ਬਟ ਉਹਨਾਂ ਨੂੰ ਪਹਿਲਾਂ ਦੇਣੀਆਂ ਜਿਨ੍ਹਾਂ ਦੀ ਪ੍ਰਾਇਰਟੀ ਦੇ ਵਿੱਚ ਜਿਨ੍ਹਾਂ ਨੂੰ ਲੋੜ, ਠੀਕ ਹੈ। ਸੋ ਦੈਟ ਵਾਸ ਦ ਮੀਨਿੰਗ ਆਫ ਇਕੁਇਟੇਬਲ ਡਿਸਟ੍ਰੀਬਿਊਸ਼ਨ ਆਫ ਹੈਲਥ ਕੇਅਰ। ਦੂਜੀ ਗੱਲ ਇਹ ਹੈ, ਇੱਕ ਇਹਦੇ ਵਿੱਚ ਪੁਆਇੰਟ ਇਹ ਵੀ ਹੈ, ਆਪਾਂ ਕਿਸੇ ਦੇ ਵਿੱਚ ਵੀ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ। ਇਕੁਇਟੇਬਲਸ ਦਾ ਵਰਡ ਦਾ ਮੀਨਿੰਗ ਜਿਹੜਾ ਹੈ ਡਿਸਟ੍ਰੀਬਿਊਸ਼ਨ ਦਾ ਸੈਕੰਡ ਇਹੀ ਹੈ ਕਿ ਕਿਸੇ ਦੇ ਨਾਲ ਵੀ ਆਪਾਂ ਕਿਸੇ ਵੀ ਤਰੀਕੇ ਦਾ ਡਿਸਕ੍ਰਿਮੀਨੇਸ਼ਨ ਜਿਹੜਾ ਹੈਗਾ based on the culture, caste, religion, ठीक है, नहीं करना। ये सारे बस आप ये नहीं देखना सामने वाला पर्सन कौन है, ठीक है। सो किसी भी रिलीजन का हो, किसी भी कल्चर का हो, किसी भी कास्ट का हो, सो वी हैव टू प्रोवाइड, द गवर्नमेंट हैव टू प्रोवाइड द सर्विसेज, ठीक है, टू द कम्युनिटी रिगार्डलेस ऑफ द कल्चर, रिलीजन और कास्ट, ओके, और द सोशियो इकोनॉमिक स्टेटस। दैट इज द मीनिंग ऑफ इक्विटेबल डिस्ट्रीब्यूशन ऑफ हेल्थ केयर। सेकेंड इज community participation। so what is community participation? मैं थोड़ा जिहा मीनिंग जो तो डेफिनेशन आप कर रहे थे कि मैं तुहानूं उदा ही क्लीयर कीता सी। कम्युनिटी पार्टिसिपेशन की है, जितों इन्नियां सारियां सर्विसिज आपां कंप्रीहेंसिव लैवल दी सर्विसिज दैट इंक्लूड द बेसिक सर्विसिज ऑफ द प्रिवेंशन, प्रमोशन एंड रिहैबिलिटेशन दी जिहड़ी सर्विसिज ने आपां दे रहे हैं प्राइमरी हैल्थ केयर के अंडर, ठीक है। सो उहदे विच जिहड़ा हैगा कम्युनिटी जे तो उन्हां सर्विसिज नूं लएगी, ਉਹਨਾਂ ਦੇ ਵਿੱਚ ਇੰਟਰਸਟ ਸ਼ੋ ਕਰੇਗੀ, ਉਹਨਾਂ ਤੋਂ ਬੈਨੀਫਿਟ ਲਏਗੀ, ਤਾਂ ਜਾ ਕੇ ਜਿਹੜੀ ਪ੍ਰਾਇਮਰੀ ਹੈਲਥ ਕੇਅਰ ਉਹ ਸਕਸੈਸਫੁਲ ਹੋਏਗੀ, ਅਦਰਵਾਈਜ਼ ਇਹ ਫੇਲ ਹੋ ਸਕਦੀ ਹੈ। ਸੋ ਪ੍ਰਿੰਸੀਪਲ ਇਹੀ ਹੈ, ਜਿੰਨੀਆਂ ਵੀ ਸਰਵਿਸਿਜ਼ ਜਾਂ ਜਿੰਨੇ ਵੀ ਪ੍ਰੋਗਰਾਮਸ ਪ੍ਰਾਇਮਰੀ ਹੈਲਥ ਕੇਅਰ ਦੇ ਅੰਡਰ ਚੱਲਣਗੇ, ਠੀਕ ਹੈ। ਸੋ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਕਮਿਊਨਿਟੀ ਉਹਨਾਂ 'ਚ ਪਾਰਟਿਸਿਪੇਟ ਕਰੇਗੀ, ਤਾਂ ਉਹਨਾਂ ਦਾ ਕੋਈ ਬੈਨੀਫਿਟ ਹੈ, ਕੋਈ ਰਿਜ਼ਲਟ ਆਏਗਾ, ਅਦਰਵਾਈਜ਼ ਉਹ ਪ੍ਰੋਗਰਾਮਸ ਫੇਲ ਹੋ ਗਏ ਅਤੇ ਅੱਗੇ ਜਾ ਕੇ ਜਿਹੜਾ ਪ੍ਰਾਇਮਰੀ ਹੈਲਥ ਕੇਅਰ ਦਾ ਆਪਾਂ ਗੋਲ ਅਚੀਵ ਕਰਨਾ ਹੈ ਉਹ ਆਪਾਂ ਨਹੀਂ ਕਰ ਪਾਵਾਂਗੇ, ਠੀਕ ਹੈ। ਸੋ ਇੰਡੀਆ ਦੀ ਨੈਸ਼ਨਲ ਹੈਲਥ ਪਾਲਿਸੀ ਉਹਦਾ ਵੀ ਗੋਲ ਹੈਗਾ ਕਿ ਆਪਾਂ ਇਸ ਲੈਵਲ ਤੱਕ ਜਿਹੜਾ ਹੈਗਾ ਆਪਾਂ ਹੈਲਥ ਸਟੇਟਸ ਇੰਡੀਆ ਦਾ ਲੈ ਕੇ ਆਉਣਾ ਹੈ ਕਿ ਜਿਹੜਾ MMR ਹੈ ਉਹਨੂੰ ਪੂਰੀ ਤਰੀਕੇ ਨਾਲ ਡਿਕਰੀਜ਼ ਕਰ ਸਕੀਏ, ਠੀਕ ਹੈ, IMR ਨੂੰ ਡਿਕਰੀਜ਼ ਕਰ ਸਕੀਏ। ਸੋ ਇਸੇ ਤਰੀਕੇ ਨਾਲ ਆਏਗਾ ਕਿ ਕਮਿਊਨਿਟੀ ਪਾਰਟਿਸਿਪੇਟ ਕਰੇਗੀ ਤਾਂ, ਠੀਕ ਹੈ। ਸੋ ਦੈਟ ਵਾਜ਼ ਕਮਿਊਨਿਟੀ ਪਾਰਟਿਸਿਪੇਸ਼ਨ। ਥਰਡ ਪੁਆਇੰਟ ਔਰ ਥਰਡ ਪ੍ਰਿੰਸੀਪਲ ਇਜ਼ ਮਲਟੀ ਸੈਕਟੋਰਲ ਔਰ ਮਲਟੀ ਸੈਕਸ਼ਨਲ ਅਪਰੋਚ। ਮਲਟੀ ਸੈਕਟੋਰਲ ਕਿਵੇਂ ਹੁੰਦਾ? ਕਦੇ ਵੀ ਜਾਂ ਬਹੁਤ ਔਖਾ ਹੈ ਕਿ ਇੱਕ ਡਿਪਾਰਟਮੈਂਟ ਦੇ ਪਰਸਨ ਸੀ, ਠੀਕ ਹੈ, ਸਰਵਿਸਿਜ਼ ਸਾਰੇ ਪ੍ਰੋਵਾਈਡ ਕਰ ਰਹੇ ਨੇ। ਦੇਅਰ ਇਜ਼ ਅ ਨੀਡ ਆਫ ਦ ਕੋਆਰਡੀਨੇਸ਼ਨ ਔਰ ਅ ਮਲਟੀ ਸੈਕਟੋਰਲ ਅਪਰੋਚ। ਕਿ ਜੇ ਮੰਨ ਲਓ ਦੇਖ ਲਓ ਆਪਾਂ ਹੈਲਥ ਸਟੇਟਸ ਨੂੰ ਇੰਡੀਆ ਦੇ ਵਿੱਚ ਜਿਹੜੀ ਕਮਿਊਨਿਟੀ ਰਹਿੰਦੀ ਹੈ, ਲੋਕ ਰਹਿੰਦੇ ਨੇ, ਉਹਨਾਂ ਦੇ ਹੈਲਥ ਸਟੇਟਸ ਨੂੰ ਜੇ ਆਪਾਂ ਇੰਪਰੂਵ ਕਰਨਾ ਚਾਹੁੰਦੇ ਹਾਂ ਤਾਂ ਇਕੱਲਾ ਹੈਲਥ ਸੈਕਟਰ ਹੀ ਨਹੀਂ, ਉਹਦੇ ਨਾਲ ਐਜੂਕੇਸ਼ਨ ਦੇ ਵਿੱਚ ਜਿਹੜੇ ਟੀਚਰਸ ਹੈਗੇ ਨੇ ਉਹਨਾਂ ਦੀ ਹੈਲਪ ਲੈ ਕੇ, ਠੀਕ ਹੈ, ਰੇਲਵੇਜ਼ ਵਾਲਿਆਂ ਦੀ ਜਿਹੜੇ ਹੈਗੇ ਆ ਨੈਕਸਟ ਜਿਹੜੇ ਐਗਰੀਕਲਚਰ ਡਿਪਾਰਟਮੈਂਟ ਦੇ ਪਰਸਨਸ ਨੇ, ਸਾਰਿਆਂ ਨੂੰ ਕੰਬਾਈਨ ਦੇ ਵਿੱਚ ਕਰਕੇ ਕੋਆਰਡੀਨੇਸ਼ਨ ਦੇ ਵਿੱਚ ਲੈ ਕੇ ਚੱਲਾਂਗੇ, ਤਾਂ ਜਾ ਕੇ ਆਪਾਂ ਜਿਹੜਾ ਹੈਗਾ ਮਲਟੀ ਸੈਕਟੋਰਲ ਅਪਰੋਚ ਜਾਂ ਮਲਟੀ ਸੈਕਸ਼ਨਲ ਅਪਰੋਚ ਨਾਲ ਲੋਕਾਂ ਦੇ ਜਿਹੜਾ ਹੈਲਥ ਸਟੇਟਸ ਹੈ ਉਹਨੂੰ ਇੰਪਰੂਵ ਕਰ ਪਾਵਾਂਗੇ, ਠੀਕ ਹੈ। ਨਹੀਂ ਤਾਂ ਜੇ ਆਪਾਂ ਇਕੱਲੇ ਹੈਲਥ ਸੈਕਟਰ ਦੇ ਵਿੱਚ ਆਪਾਂ ਗੱਲ ਕਰੀਏ ਵੀ ਜਿਹੜੇ ਪਰਸਨਸ ਨੇ, ਸਟਾਫ ਨਰਸਿਸ ਤੇ ਡਾਕਟਰਸ ਦੀ ਸਿਰਫ ਉਹ ਸਾਰੀ ਚੀਜ਼ ਕਰਨ, ਠੀਕ ਹੈ, ਅਤੇ ਉਹ ਆਬਜੈਕਟਿਵ ਅਚੀਵ ਕਰਨਾ ਉਹ ਨਹੀਂ ਹੋ ਪਾਏਗਾ। ਜਿਵੇਂ ਹੁਣ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਟਾਈਮ ਹੈ, ਸਾਰੇ ਡਿਪਾਰਟਮੈਂਟਸ ਆਪਸ ਦੇ ਵਿੱਚ ਕੋਆਰਡੀਨੇਟ ਕਰ ਰਹੇ ਨੇ, ਠੀਕ ਹੈ, ਨਰਸਿਸ ਡਾਕਟਰਸ ਤਾਂ ਹੈਗੇ ਨੇ, ਠੀਕ ਹੈ। ਸੋ ਹੋਰ ਵੀ ਹੈਗੇ ਨੇ, ਜਿਵੇਂ ਕਿ ਤੁਸੀਂ ਇਹ ਮੰਨ ਕੇ ਚੱਲੋ ਵੀ ਹੁਣ ਜੇ ਹੈ ਕੇਸਿਸ ਨੂੰ ਰੋਕਣਾ ਤਾਂ ਆਪਾਂ ਪੁਲਿਸ ਦੀ ਵੀ ਹੈਲਪ ਲੈ ਰਹੇ ਹਾਂ, ਪੁਲਿਸ ਦੇ ਨਾਲ ਜਿਹੜੇ ਹੈਗੇ ਵਲੰਟੀਅਰਸ ਲੱਗੇ ਹੋਏ ਨੇ, ਠੀਕ ਹੈ। ਸੋ ਜਿਹੜੀ ਪੁਲਿਸ ਦੇ ਵਿੱਚ ਨਹੀਂ ਬਟ ਪੁਲਿਸ ਦੀ ਹੈਲਪ ਕਰ ਰਹੇ। ਸੋ ਦੇਅਰ ਇਜ਼ ਅ ਕੋਆਰਡੀਨੇਟਡ ਐਫਰਟ। ਉਸ ਤਰੀਕੇ ਨਾਲ ਹੀ ਮਲਟੀ ਸੈਕਸ਼ਨਲ ਅਪਰੋਚ ਜਿਹੜੀ ਹੈਗੀ ਕੰਮ 'ਚ ਲੈਣੀ ਪਏਗੀ ਜੇ ਆਪਾਂ ਜਿਹੜੀ ਹੈਗੀ ਪ੍ਰਾਇਮਰੀ ਹੈਲਥ ਕੇਅਰ ਸਰਵਿਸ ਹੈ ਜਿਹੜੀ ਉਹਨੂੰ ਜਿਹੜਾ ਹੈਗਾ ਅੱਗੇ ਪ੍ਰੋਵਾਈਡ ਕਰਨਾ ਚਾਹੁੰਦੇ ਹਾਂ, ਅਪਰੋਚ ਨੂੰ ਅੱਗੇ ਲੈ ਕੇ ਜਾਣਾ ਚਾਹੁੰਦੇ ਹਾਂ। So that was the meaning of multi-sectional approach or multi-sectoral approach. Next is
ਨੈਕਸਟ ਪ੍ਰਿੰਸੀਪਲ ਇਜ਼ ਯੂਜ਼ ਆਫ ਐਪਰੋਪ੍ਰੀਏਟ ਟੈਕਨੋਲੋਜੀ। ਸੋ ਇਹ ਹਮੇਸ਼ਾ ਧਿਆਨ ਰੱਖਣਾ ਚਾਹੀਦਾ ਹੈ ਕਿ ਟੈਕਨੋਲੋਜੀ ਹੈ ਜਿਹੜੀ ਜਿਹਦੇ ਨਾਲ ਆਪਾਂ ਪ੍ਰਾਇਮਰੀ ਹੈਲਥ ਕੇਅਰ ਅੱਗੇ ਪ੍ਰੋਵਾਈਡ ਕਰਾਂਗੇ, ਸੋ ਉਹ ਜਿਹੜੀ ਹੈਗੀ ਹੈ ਐਪਰੋਪ੍ਰੀਏਟ ਹੋਣੀ ਚਾਹੀਦੀ ਹੈ। ਅੱਜ ਕੱਲ੍ਹ ਆਪਣੇ ਕੋਲ ਮੈਂ ਪਹਿਲਾਂ ਹੀ ਗੱਲ ਕੀਤੀ, ਆਪਾਂ ਮੋਡਰਨਾਈਜ਼ ਹੋ ਗਏ ਹਾਂ, ਠੀਕ ਹੈ। ਸੋ ਅੱਜ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਆਪਾਂ ਟੈਕਨੋਲੋਜੀ ਐਡਵਾਂਸ ਯੂਜ਼ ਕਰ ਰਹੇ ਹਾਂ। ਅੱਜ ਕੱਲ੍ਹ ਟੈਲੀ ਕਮਿਊਨੀਕੇਸ਼ਨ ਸਿਸਟਮ ਆ ਗਿਆ, ਟੈਲੀ ਮੈਡੀਸਨ, ਟੈਲੀ ਨਰਸਿੰਗ ਸਿਸਟਮ ਆ ਗਿਆ, ਜਿਹਦੇ ਵਿੱਚ ਡਾਕਟਰ ਅਤੇ ਪੇਸ਼ੈਂਟ ਜਿਹੜਾ ਹੈਗੇ ਆ, ਡਾਕਟਰ ਅਤੇ ਨਰਸ ਜਿਹੜੇ ਹੈਗੇ ਆ, ਜੇ ਇੱਕ ਬਿਲਡਿੰਗ ਦੇ ਵਿੱਚ ਨਹੀਂ ਹੈਗੇ ਤੇ ਉਹ ਦੂਰ ਵੀ ਹੈਗੇ ਨੇ ਤਾਂ ਵੀ ਆਪਸ ਵਿੱਚ ਕਮਿਊਨੀਕੇਟ ਕਰ ਸਕਦੇ ਆ। ਨਰਸ ਜਿਹੜੀ ਹੈਗੀ ਹੈ ਕੰਟੈਕਟ ਕਰ ਸਕਦੀ ਹੈ, ਕਮਿਊਨੀਕੇਟ ਕਰ ਸਕਦੇ ਪੇਸ਼ੈਂਟ ਨਾਲ, ਡਾਕਟਰ ਜਿਹੜਾ ਹੈਗਾ ਕਮਿਊਨੀਕੇਟ ਕਰ ਸਕਦਾ ਪੇਸ਼ੈਂਟ ਨਾਲ। ਸੋ ਇਹ ਜਿਹੀਆਂ ਟੈਕਨੋਲੋਜੀ ਜਿਹੜੀਆਂ ਹੈਗੀਆਂ ਨੇ ਆਪਾਂ ਉਹ ਵੀ ਯੂਜ਼ ਕਰ ਸਕਦੇ ਹਾਂ ਤਾਂ ਕਿ ਆਪਣੀ ਜਿਹੜੀ ਸਰਵਿਸਿਜ਼ ਦੇਣ ਦੀ ਕੈਪੇਬਿਲਿਟੀ ਹੈ ਲਿਮਿਟ ਨਾ ਹੋਵੇ, ਠੀਕ ਹੈ। ਸੋ ਆਪਾਂ ਜ਼ਿਆਦਾ ਤੋਂ ਜ਼ਿਆਦਾ ਏਰੀਆ ਜਿਹੜਾ ਕਵਰ ਕਰ ਸਕੀਏ। ਸੋ ਐਪਰੋਪ੍ਰੀਏਟ ਟੈਕਨੋਲੋਜੀ। ਦੂਜਾ ਹੈ ਟੈਕਨੋਲੋਜੀ ਸਿਰਫ ਟੈਲੀਕਮਿਊਨੀਕੇਸ਼ਨ ਸਿਸਟਮ ਦੇ ਉੱਪਰ ਬੇਸਡ ਨਹੀਂ ਹੈ, ਐਡਵਾਂਸ ਟਾਈਪ ਦੀਆਂ ਮੈਡੀਸਨਸ, ਡਰੱਗਸ, ਵੈਕਸੀਨ ਜਿਹੜੀਆਂ ਪ੍ਰਿਪੇਅਰ ਕਰਨੀਆਂ, ਰਿਸਰਚ ਦੀਆਂ ਟੈਕਨੋਲੋਜੀਸ ਆਪਣੇ ਕੋਲ ਇੰਪਰੂਵ ਹੋ ਗਈਆਂ ਨੇ, ਠੀਕ ਹੈ। ਸੋ ਐਪਰੋਪ੍ਰੀਏਟ ਟੈਕਨੋਲੋਜੀ ਨੂੰ ਯੂਜ਼ ਕਰਨਾ ਚਾਹੀਦਾ ਹੈ ਤਾਂ ਕਿ ਟੈਕਨੋਲੋਜੀ ਐਪਰੋਪ੍ਰੀਏਟ ਹੋਏਗੀ ਤੇ ਲੋਕ ਜਿਹੜਾ ਹੈਗਾ ਉਹਨਾਂ ਨੂੰ ਪਤਾ ਲੱਗੇਗਾ। ਦੇਖੋ ਅੱਜ ਇੱਦਾਂ ਹੈ ਵੀ ਜੇ ਆਪਾਂ 2020 ਦੇ ਵਿੱਚ 1980 ਜਾਂ 1985 ਦੀ ਟੈਕਨੋਲੋਜੀ ਜਿਹੜੀ ਕਿ ਆਊਟਡੇਟਡ ਹੋ ਚੁੱਕੀ ਹੈ ਉਹਦੇ ਨਾਲ ਕੰਮ ਲਈਏ ਤਾਂ ਕੰਮ ਨਹੀਂ ਚੱਲੇਗਾ ਹੈਲਥ ਦੇ ਵਿੱਚ, ਠੀਕ ਹੈ। ਸੋ ਵੀ ਹੈਵ ਟੂ ਯੂਜ਼ ਦਾ ਲੇਟੈਸਟ ਟੈਕਨੋਲੋਜੀ ਔਰ ਦਾ ਐਪਰੋਪ੍ਰੀਏਟ ਟੈਕਨੋਲੋਜੀ। ਲੇਟੈਸਟ ਵੀ ਹੋਣੀ ਚਾਹੀਦੀ ਹੈ, ਐਪਰੋਪ੍ਰੀਏਟ ਵੀ ਹੋਣੀ ਚਾਹੀਦੀ ਹੈ, ਠੀਕ ਹੈ। ਮੈਂ ਇੱਦਾਂ ਨਹੀਂ ਕਹਿੰਦਾ ਪੁਰਾਣੀ ਟੈਕਨੋਲੋਜੀਸ ਗਲਤ ਸੀਗੀਆਂ, ਬਟ ਟਾਈਮ ਚੇਂਜ ਦੇ ਨਾਲ ਆਪਾਂ ਨੂੰ ਟੈਕਨੋਲੋਜੀ ਜਾਂ ਟ੍ਰੈਂਡਸ ਜਿਹੜੇ ਹੈਗੇ ਚੇਂਜ ਕਰਨੇ ਪੈਂਦੇ ਕਿਉਂਕਿ ਨਵੀਆਂ ਡਿਜ਼ੀਜ਼ਸ ਆ ਰਹੀਆਂ ਨੇ। ਸੋ ਟੈਕਨੋਲੋਜੀ ਵੀ ਨਵੀਂ ਹੋਣੀ ਚਾਹੀਦੀ ਹੈ, ਟ੍ਰੀਟਮੈਂਟ ਮੈਜਰਸ ਜਿਹੜੇ ਹੈਗੇ ਨਵੇਂ ਹੋਣੇ ਚਾਹੀਦੇ, ਠੀਕ ਹੈ। ਪੁਰਾਣੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਹਮੇਸ਼ਾ ਲਈ ਯੂਜ਼ ਨਹੀਂ ਹੋ ਸਕਦੀਆਂ, ਠੀਕ ਹੈ। ਸੋ ਦੈਟ ਇਜ਼ ਦ ਮੀਨਿੰਗ ਆਫ ਯੂਜ਼ ਆਫ ਐਪਰੋਪ੍ਰੀਏਟ ਟੈਕਨੋਲੋਜੀ ਜਿਹੜੀ ਕਿ ਯੂਜ਼ ਕਰਨੀ ਚਾਹੀਦੀ। ਲਾਸਟ ਪੁਆਇੰਟ ਇਜ਼ ਦ ਫੋਕਸ ਔਨ ਪ੍ਰੀਵੈਂਸ਼ਨ। ਸੋ ਇਹ ਥੋੜ੍ਹੇ ਜਿਹੇ ਸਟੂਡੈਂਟਸ ਬੜੀ ਵਾਰੀ ਕਨਫਿਊਜ਼ ਹੋ ਜਾਂਦੇ ਆ ਵੀ ਇਹਦਾ ਮੀਨਿੰਗ ਕੀ ਹੈ। देखो एक लाइन होती है, प्रिवेंशन इज बेटर दैन क्योर एंड दैट इज द मीनिंग ऑफ दिस पॉइंट, ठीक है। फोकस ऑन प्रिवेंशन। ਆਪਾਂ ਟ੍ਰੀਟਮੈਂਟ ਕਰਨ ਨਾਲੋਂ ਸਿਰਫ ਜੇ ਪ੍ਰੀਵੈਂਸ਼ਨ ਹੀ ਕਰ ਦਈਏ, ਅੱਧੇ ਤੋਂ ਜ਼ਿਆਦਾ ਕੇਸਿਸ 'ਚ ਆਪਾਂ ਪ੍ਰੀਵੈਂਟ ਕਰ ਲਏ ਤੇ ਆਪਾਂ ਨੂੰ ਟ੍ਰੀਟਮੈਂਟ ਕਰਨ ਵਾਸਤੇ ਬਹੁਤ ਘੱਟ ਜਿਹੜੇ ਕਮਿਊਨਿਟੀ ਜਿਹੜੇ ਲੋਕ ਨੇ ਉਹ ਬਚਣਗੇ। ਸੋ ਟ੍ਰੀਟਮੈਂਟ ਕਰਨਾ ਸੌਖਾ ਹੋ ਜਾਏਗਾ। ਜੇ 100% ਦੇ ਵਿੱਚੋਂ ਮੰਨ ਲਓ 60% ਦੀ ਡਿਜ਼ੀਜ਼ ਆਪਾਂ ਪ੍ਰੀਵੈਂਟ ਕਰ ਲਈ, ਠੀਕ ਹੈ, ਤਾਂ ਅੱਗੇ ਜਾ ਕੇ ਜਿਹੜਾ ਹੈਗਾ ਆਪਾਂ ਨੂੰ ਟ੍ਰੀਟ ਕਰਨ ਦੀ ਲੋੜ ਹੀ ਨਹੀਂ ਪਏਗੀ। ਸੋ ਕਮਿਊਨਿਟੀ ਦਾ ਇੱਕ ਪ੍ਰਾਇਮਰੀ ਹੈਲਥ ਕੇਅਰ ਦਾ ਇੱਕ ਪ੍ਰਿੰਸੀਪਲ ਇਹੀ ਹੈ, ਫੋਕਸ ਔਨ ਪ੍ਰੀਵੈਂਸ਼ਨ ਰੈਦਰ ਦੈਨ ਟ੍ਰੀਟਮੈਂਟ। ਹੁਣ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਐਗਜ਼ਾਮਪਲ ਲੈ ਲਓ, ਵੈਕਸੀਨ ਅਵੇਲੇਬਲ ਨਹੀਂ ਹੈ, ਟ੍ਰੀਟਮੈਂਟਸ ਅਵੇਲੇਬਲ ਨਹੀਂ ਹੈ, ਸੋ ਆਪਾਂ ਜਸਟ ਕਿਹਦੇ ਤੇ ਫੋਕਸ ਕੀਤਾ ਹੋਇਆ, ਪ੍ਰੀਵੈਂਸ਼ਨ ਤੇ। ਸੋ ਦੈਟ ਇਜ਼ ਅ ਲਾਈਵ ਐਗਜ਼ਾਮਪਲ ਕਿ ਪ੍ਰਾਇਮਰੀ ਹੈਲਥ ਕੇਅਰ ਕਾਹਦੇ ਤੇ ਫੋਕਸ ਕਰ ਰਹੀ ਹੈ, ਕਿਸ ਤਰੀਕੇ ਨਾਲ ਕਰਦੀ ਹੈ। ਕੇਸਿਸ ਹੋਣ ਹੀ ਨਾ ਦਿਓ, ਜੇ ਕੇਸਿਸ ਹੋਣਗੇ ਤੇ ਟ੍ਰੀਟ ਕਿਹਨੂੰ ਕਰਨ ਦੀ ਲੋੜ ਹੈ। ਇਸੇ ਕਰਕੇ ਆਪਾਂ ਮਾਸਕ ਯੂਜ਼ ਕਰ ਰਹੇ ਹਾਂ, ਘਰਾਂ ਦੇ ਵਿੱਚ ਰਹਿ ਰਹੇ ਹਾਂ, ਕੁਆਰੰਟਾਈਨ ਕੀਤਾ ਹੋਇਆ ਲੋਕਾਂ ਨੂੰ, ਠੀਕ ਹੈ। ਸੋ ਇਹ ਇਸੇ ਤਰੀਕੇ ਨਾਲ ਹੀ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ। ਸੋ ਫੋਕਸ ਔਨ ਪ੍ਰੀਵੈਂਸ਼ਨ ਰੈਦਰ ਦੈਨ ਔਨ ਦਾ ਟ੍ਰੀਟਮੈਂਟ। ਦੈਟ ਮੀਨਸ ਪ੍ਰੀਮੋਡੀਅਲ ਤੇ ਪ੍ਰਾਇਮਰੀ ਪ੍ਰੀਵੈਂਸ਼ਨ ਜਿਹੜਾ ਵਾ ਉਹ ਕਰੋ, ਠੀਕ ਹੈ, ਰੈਦਰ ਦੈਨ ਕਿ ਆਪਾਂ ਨੂੰ ਲੋੜ ਪਵੇ ਸੈਕੰਡਰੀ ਤੇ ਟਰਸ਼ਰੀ ਪ੍ਰੀਵੈਂਸ਼ਨ ਦੀ, ਠੀਕ ਹੈ, ਕਿਉਂਕਿ ਉਹ ਜਿਹੜੇ ਹੈਗੇ ਕਾਸਟਲੀ ਹੋ ਜਾਂਦੇ। ਸੋ ਇਸੇ ਕਰਕੇ ਲਾਸਟ ਜਿਹੜਾ ਦਾ ਪੁਆਇੰਟ ਸੀਗਾ that is totally based on focus on the prevention ਦੇ ਉੱਪਰ ਫੋਕਸ ਕਰੋ ਤੇ ਟ੍ਰੀਟਮੈਂਟ ਜਿਹੜਾ ਹੈਗਾ, ਕਿਉਂਕਿ ਹਮੇਸ਼ਾ ਹੀ ਦੇਖਿਆ ਜਾਂਦਾ ਪ੍ਰੀਵੈਂਸ਼ਨ 'ਚ ਕੋਈ ਖਰਚਾ ਨਹੀਂ ਹੁੰਦਾ, ਪ੍ਰੀਵੈਂਸ਼ਨ ਇਜ਼ ਕਾਸਟ ਇਫੈਕਟਿਵ, ਠੀਕ ਹੈ। ਮੰਨ ਲਓ ਐਗਜ਼ਾਮਪਲ ਮੈਂ ਦੇ ਦਿੰਦਾ, ਸਮੋਕਿੰਗ ਹੈ, ਜੇ ਅੱਗੇ ਜਾ ਕੇ ਲੰਗ ਕੈਂਸਰ ਦੇ ਕੇਸਿਸ ਜਾਂ ਓਰਲ ਕੈਂਸਰ ਦੇ ਕੇਸਿਸ ਜਿਹੜੇ ਹੈਗੇ ਘਟਾਉਣੇ ਨੇ ਤੇ ਜਿਹੜਾ ਹੈਗਾ ਮੰਨ ਲਓ ਲੋਕ ਜਿਨ੍ਹਾਂ ਨੂੰ ਆਦਤ ਹੈ, ਅਡਿਕਟ ਹੋ ਚੁੱਕੇ ਨੇ ਟੋਬੈਕੋ ਚਿਊ ਕਰਨ ਤੇ ਜਾਂ ਸਮੋਕਿੰਗ ਕਰਨ ਤੇ, ਠੀਕ ਹੈ, ਤੇ ਉਹ ਜੇ ਆਪਦੀ ਇਸ ਆਦਤ ਨੂੰ ਛੱਡਣ 'ਚ ਤਾਂ ਕੋਈ ਪੈਸੇ ਨਹੀਂ ਲੱਗਣੇ। ਹਾਂ, ਯੂਜ਼ ਕਰਨ ਦੇ ਵਿੱਚ ਜਿਹੜੇ ਹੈਗੇ ਪੈਸੇ ਲੱਗਦੇ ਨੇ, ਸਿਗਰਟ ਖਰੀਦਣੀ ਪਏਗੀ, ਟੋਬੈਕੋ ਖਰੀਦਣਾ ਪਏਗਾ, ਤੇ ਛੱਡਣ 'ਚ ਕੋਈ ਪੈਸੇ ਨਹੀਂ ਲੱਗਣੇ, ਕੋਈ ਪਰਮਿਸ਼ਨ ਨਹੀਂ ਲੱਗਣੀ। ਸੋ ਇਸੇ ਕਰਕੇ ਕਹਿੰਦੇ ਪ੍ਰੀਵੈਂਸ਼ਨ ਜਿਹੜੀ ਹਮੇਸ਼ਾ ਕਾਸਟ ਇਫੈਕਟਿਵ ਹੁੰਦੀ ਹੈ, ਟ੍ਰੀਟਮੈਂਟ ਹਮੇਸ਼ਾ ਹੀ ਮਹਿੰਗਾ ਹੁੰਦਾ। ਸੋ ਟ੍ਰੀਟਮੈਂਟ ਕਰਵਾਉਣ ਨਾਲ ਪ੍ਰੀਵੈਂਸ਼ਨ ਕਰ ਦਿਓ, ਇਹ ਸਾਰਿਆਂ ਲਈ ਵਧੀਆ ਹੈ, ਕਮਿਊਨਿਟੀ ਲਈ ਵੀ ਵਧੀਆ ਜਿਨ੍ਹਾਂ ਸਰਵਿਸਿਜ਼ ਲੈਣੀਆਂ ਤੇ ਗਵਰਨਮੈਂਟ ਵਾਸਤੇ ਵੀ ਵਧੀਆ ਹੈ ਜਿਨ੍ਹਾਂ ਨੇ ਸਰਵਿਸਿਜ਼ ਦੇਣੀਆਂ, ਠੀਕ ਹੈ। ਸੋ ਫੋਕਸ ਔਨ ਪ੍ਰੀਵੈਂਸ਼ਨ ਰੈਦਰ ਦੈਨ ਔਨ ਦਾ ਟ੍ਰੀਟਮੈਂਟ। So that was about the principles of primary health care. So आज का एक टॉपिक जो अपना ख़त्म हो गया। आज आपका कितना है डेफिनेशन एंड एलिमेंट्स ऑफ द प्राइमरी हेल्थ केयर, प्रिंसिपल्स ऑफ प्राइमरी हेल्थ केयर। कोई प्रॉब्लम है किसी में कमेंट सैक्शन में तुम पूछ सकते हो। नैक्सट जोड़ा है ए डे आफ्टर टुमारो आप जोड़ा है मैं अपडेट कर देंगे तुम जोड़ा है एपिडेमियोलॉजी स्टार्ट करा। जो तुम लगता है कोई यूनिट तुम दस सकते हो या कोई टॉपिक जोड़ा है आप और भी कर सकते हैं। एपिडेमियोलॉजी स्टार्ट करा पूरी कम्यूनिटी के जो प्रायोरिटी के टॉपिक्स आते हैं उन्होंने एक है, ठीक है। सो दैट वुड बी बेनीफिशियल फॉर द GNM स्टूडेंट्स, BSc स्टूडेंट्स
ठीक है। पोस्ट बेसिक स्टूडेंट्स सारे वास्ते हैं इन्होंने स्टूडेंट्स, सो कोई ये लिमिटेशन नहीं भी कि स्टूडेंट सुन रहे है ये जी वीडियो है ये कॉलेज का पेज है मीडिया मैडिकल इंस्टीट्यूट का, सो वो पर तुम अवेलेबल मिल जाएगी, तुम डाउनलोड भी कर सकते हो, सेव वो कोई, ठीक है। सो ये तुहाडे बेनिफिट वास्ते है, तुम इन्हें यूज़ कर सकते हो। नैक्सट टॉपिक जोड़ा है मैं तुम बाकी अपडेट कर देंगे, बट ये एपिडेमोलॉजी का ट्राई करा कि नैक्सट जो सैशन है लाइव सैशन वो जो आप एपिडेमोलॉजी के उपर करिए। प्रॉब्लम है किसी ने तुम मैंशन कर सकते हो थले क्वेश्चन, नहीं तो आप एंड करते हैं लाइव सैशन। हाँ जी, कोई है क्वेश्चन पूछना चाहते पूछ सकते। ठीक है जी, ओके। कोई नहीं, फिर भी तुम कोई क्वेश्चन लगे तुम वीडियो के उपर जाके फिर भी कोई क्वेश्चन है तो मैंशन कर सकते हो, कमेंट आप दे सकते हो। कोई चेंजिस चाहिए ने तुम इस लैक्चर जो मैं दे रहा, ठीक है। सो वो रिगार्डिंग तुम लिख सकते हो, आप जो जरूर फोकस करा। ओके ओके, थैंक यू वेरी मच। बाकी जो नैक्सट सैशन है लाइव सैशन अपडेट कर दिता जाएगा। थैंक यू।